दुनिया हैरान रह गई, तेरे पुत्रा ने तेग ऐसी वाही, दुनिया हैरान रह गई। चमकौर गढ़ी दिया कंधा ताहा मार दिया, छड़ गए सुनिया लाशां जी तो जुजार दिया। परम सत्कारयोग गुरु रूप गुरु प्यारी साध संगत जीओ, फतेह सांझी करिए। वाहिगुरु जी का खालसा, वाहिगुरु जी की फतेह। आपां अज उन्हां महान शहीदां नूं याद कर रहे हैं। ਉਹ ਚਮਕੌਰ ਦੀ ਗੜੀ ਦਾ ਇਤਿਹਾਸ ਇੱਕ ਵਿਲੱਖਣ ਇਤਿਹਾਸ, ਜਿਸ ਦਾ ਕਿਤੇ ਵੀ ਕੋਈ ਸਾਨ ਹੀ ਨਹੀਂ। ਇਹ ਅਸੀਂ ਮਾਣ ਨਾਲ ਵੀ ਕਹਿੰਦੇ ਹਾਂ ਕਿ ਇਹ ਸਾਡਾ ਇਤਿਹਾਸ ਹੈ। ਮੈਂ ਇੱਕ ਗੱਲ ਜ਼ਰੂਰ ਕਰਾਂਗਾ, ਪਿਛਲੇ ਦਿਨੀ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਨੇ ਪਤਾ ਨਹੀਂ ਕਿੱਥੋਂ ਚਾਬੀ ਹਿਲਦੀ ਆ, ਉਹਨਾਂ ਨੇ ਗੱਲ ਕੀਤੀ ਕਿ ਇਹਨਾਂ ਦਿਨਾਂ 'ਚ ਅਸੀਂ ਮਾਤਮ ਦਾ ਬਿਗਲ ਵਜਾਵਾਂਗੇ। ਉਹ ਕਮਾਲ ਹੈ, ਤੁਹਾਨੂੰ ਇਹ ਵੀ ਨਹੀਂ ਪਤਾ ਕਿ ਸਿੱਖ ਤਾਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਆ। ਸਾਨੂੰ ਤਾਂ ਗੁਰੂ ਸਾਹਿਬ ਨੇ ਇਹੀ ਦੱਸਿਆ ਵੀ ਮਤ ਮੈਂ ਪਿੱਛੇ ਕੋਈ ਰੋਕ ਸੀ, ਸੋ ਮੈਂ ਮੂਲ ਨਾ ਪਾਇਆ। ਸਿੱਖੀ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਆ, ਇੱਥੇ ਕੋਈ ਮਾਤਮ ਨਹੀਂ। ਇੱਥੇ ਜੰਮਣ ਮਰਨਾ ਪਰਮਾਤਮਾ ਦੇ ਹੁਕਮ 'ਚ ਆ। ਹਾਂ, ਸਿੱਖੀ ਦੇ ਜਿਹੜੇ ਮੇਨ ਗੁਣ ਆ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਅਤੇ ਚੌਥਾ ਜਿਹਦੀ ਆਪਾਂ ਅਕਸਰ ਗੱਲ ਘੱਟ ਕਰਦੇ ਹਾਂ, ਮਨੁੱਖੀ ਹੱਕਾਂ ਦੀ ਰੱਖਿਆ ਕਰਨੀ। ਇਹ ਸਿੱਖੀ ਦਾ ਇੱਕ ਵਿਸ਼ੇਸ਼ ਗੁਣ ਆ। ਅਤੇ ਸਾਡਾ ਇਤਿਹਾਸ ਭਰਿਆ ਪਿਆ ਸੂਰਮਿਆਂ ਨਾਲ, ਸ਼ਹੀਦਾਂ ਨਾਲ, ਜਿਨ੍ਹਾਂ ਨੇ ਮਨੁੱਖੀ ਹੱਕਾਂ ਦੀ ਰੱਖਿਆ ਦੀ ਖਾਤਰ ਕੁਰਬਾਨੀਆਂ ਦਿੱਤੀਆਂ। ਅਤੇ ਅਸੀਂ ਕਿਉਂ ਮਾਤਮ ਮਨਾਈਏ? ਅਸੀਂ ਚੜ੍ਹਦੀ ਕਲਾ 'ਚ ਰਹਿਣਾ। ਸਾਡੇ ਤਾਂ ਬਾਬਿਆਂ ਦੇ ਮੇਲੇ ਲੱਗਦੇ ਆ, ਉੱਥੇ ਦੁਨੀਆ ਜਾਂਦੀ ਆ, ਕੌਣ ਨਹੀਂ ਜਾਂਦਾ? ਸਾਰੇ ਆਪਾਂ ਜਾਂਦੇ ਹਾਂ, ਹੈ ਨਾ। ਸੋ ਇਸ ਕਰਕੇ ਆਪਣੇ ਆਪ ਨੂੰ ਢਹਿੰਦੀ ਕਲਾ 'ਚ ਨਹੀਂ ਲਿਜਾਣਾ, ਚੜ੍ਹਦੀ ਕਲਾ 'ਚ ਰਹਿਣਾ। ਅਤੇ ਨਾਲ ਹੀ ਅੱਜ ਆਪਾਂ ਕ੍ਰਿਸਮਸ ਮਨਾ ਰਹੇ ਹਾਂ, ਸਾਰੀ ਦੁਨੀਆ, ਸਾਰੇ ਮੁਲਕਾਂ ਦੇ ਵਿੱਚ ਹੀ। ਸੋ ਜੀਸਸ ਨੂੰ ਵੀ ਯਾਦ ਕਰ ਰਹੇ ਹਾਂ। ਉਹ ਵੀ ਪਰਮਾਤਮਾ ਦਾ ਰੂਪ ਆਇਆ। ਸਮੇਂ ਸਮੇਂ ਅਨੁਸਾਰ ਪਰਮਾਤਮਾ ਨੇ ਜਿੰਨੀਆਂ ਕਲਾ ਚਾਹੀਦੀਆਂ ਸੀ, ਉਹ ਆਪਣੇ ਵਿਸ਼ੇਸ਼ ਦੂਤਾਂ ਨੂੰ ਭਾਵ ਕੇ, ਜਿਵੇਂ ਗੁਰੂ ਸਾਹਿਬਾਨ ਹਨ, ਜੀਸਸ ਹੈ, ਰਾਮ ਹੈ, ਕ੍ਰਿਸ਼ਨ ਹੈ, ਹੋਰ ਸਾਰਿਆਂ ਦਾ ਸਤਿਕਾਰ ਆ। ਸੋ ਅਸੀਂ ਜੀਸਸ ਦਾ ਵੀ ਸਤਿਕਾਰ ਕਰਦੇ। ਪਰ ਜਦੋਂ ਗੁਰੂ ਨਾਨਕ ਸਾਹਿਬ ਆਏ, ਅਨੰਤ ਕਲਾਂ ਲੈ ਚੜ੍ਹਿਆ, ਅਨੰਤ ਕਲਾਂ ਲੈ ਕੇ ਆਏ ਆ। ਔਰ ਉਹ ਕਲਾਂ ਨੂੰ ਜਿਹੜੀਆਂ ਬਾਬੇ ਨਾਨਕ ਨੇ ਅਤੇ 10 ਗੁਰੂ ਸਾਹਿਬਾਨ ਨੇ 10 ਜਾਮਿਆਂ ਦੇ ਵਿੱਚ ਅਦੁੱਤੀ ਖੇਡ ਖੇਡ ਕੇ ਆਪਾਂ ਨੂੰ ਸਮਝਾਇਆ ਅਤੇ ਤਿਆਰ ਕੀਤਾ। ਅਤੇ ਅਖੀਰ 'ਤੇ 5 ਪਿਆਰੇ ਆਪਾਂ ਉਹਨਾਂ ਨੂੰ ਦੇਖਦੇ ਹਾਂ ਜਦੋਂ, ਅਤੇ ਉਹ ਤਿਆਰ ਕੀਤੇ ਵੀ ਇਹੋ ਜਿਹਾ ਮਨੁੱਖ ਚਾਹੀਦਾ। ਇਹ ਗੁਰੂ ਸਾਹਿਬਾਨ ਦੀ ਇੱਕ ਦੇਣ ਆ ਸਾਰੀ ਦੁਨੀਆ ਨੂੰ। ਚਮਕੌਰ ਦੀ ਗੜੀ, ਉਹ ਦ੍ਰਿਸ਼, ਉਹ ਸੀਨ ਇਸ ਕਵਿਤਾ ਦੇ ਵਿੱਚ ਮੈਂ ਲਿਆ ਰਿਹਾ। 40 ਸਿੰਘ ਲੈ ਕੇ ਆ ਗਿਆ, ਉਹ 40 ਸਿੰਘ ਲੈ ਕੇ ਆ ਗਿਆ, ਚਮਕੌਰ ਦੀ ਗੜੀ ਦੇ ਵਿੱਚ ਮਾਹੀ, ਦੁਨੀਆ ਹੈਰਾਨ ਰਹਿ ਗਈ, तेरे पुत्रा ने तेग ऐसी वाही, दुनिया हैरान रह गई। कच्ची हवेली आके गुरां डेरा ला लिया, फौज ने चुफेरियों सी इत्थे घेरा पा लिया,
ਡਾਢੇ ਖੁਸ਼ ਹੋਏ ਕਿ ਹੈ ਗੁਰਾਂ ਨੂੰ ਫਸਾ ਲਿਆ। ਮਾਰ ਲਲਕਾਰੇ ਉਨੀ ਸ਼ੋਰ ਸੀ ਮਚਾ ਲਿਆ। ਘਾਤ ਲਾ ਕੇ ਬਹਿ ਗਈ, ਘਾਤ ਲਾ ਕੇ ਬਹਿ ਗਈ ਸ਼ਾਹੀ ਫੌਜ ਸਾਰੀ। ਦੁਨੀਆ ਹੈਰਾਨ ਰਹਿ ਗਈ, ਤੇਰੇ ਪੁੱਤਰਾਂ ਨੇ ਤੇਗ ਐਸੀ ਵਾਹੀ। ਦੁਨੀਆ ਹੈਰਾਨ ਰਹਿ ਗਈ। ਪੰਜਾਂ ਸਿੰਘਾਂ ਨੂੰ ਕੀਤਾ ਗੁਰਾਂ ਨੇ ਤਿਆਰ। ਖੋਲ ਦਰਵਾਜ਼ਾ ਆ ਗਏ ਗੜੀ ਵਿੱਚੋਂ ਬਾਹਰ। ਟੁੱਟ ਪੈ ਗਏ ਫੌਜਾਂ ਤੇ ਉਹ ਛੱਡ ਕੇ ਜੈਕਾਰ। ਇੱਜੜਾਂ ਦਾ ਕਰਦੇ ਨੇ ਸ਼ੇਰ ਜੋ ਸ਼ਿਕਾਰ। ਵਾਂਗ ਬਿਜਲੀ ਦੇ ਗੜਕਣ ਸਿੰਘ ਸੰਤ ਸਿਪਾਹੀ। ਦੁਨੀਆ ਹੈਰਾਨ ਰਹਿ ਗਈ, ਤੇਰੇ ਪੁੱਤਰਾਂ ਨੇ ਤੇਗ ਐਸੀ ਵਾਹੀ। ਦੁਨੀਆ ਹੈਰਾਨ ਰਹਿ ਗਈ। ਵਾਰੀ ਵਾਰੀ ਜਥੇ ਆਉਂਦੇ ਗੜੀ ਵਿੱਚੋਂ ਬਾਹਰ। ਆ ਗਿਆ ਅਜੀਤ ਫਿਰ ਆ ਗਿਆ ਜੁਝਾਰ। ਲੋਥਾਂ ਦੇ ਸੀ ਉੱਥੇ ਲੱਗ ਗਏ ਅੰਬਾਰ। ਦਹਿਲ ਗਈਆਂ ਫੌਜਾਂ ਐਸੀ ਮਾਰੀ ਸਿੰਘਾਂ ਮਾਰ। ਉਹ ਅੰਬਰਾਂ ਨੂੰ ਰੰਗ ਚੜਿਆ, ਅੰਬਰਾਂ ਨੂੰ ਰੰਗ ਚੜਿਆ। ਲਾੜੀ ਮੌਤ ਜਦੋਂ ਸਿੰਘਾਂ ਨੇ ਵਿਆਹੀ। ਦੁਨੀਆ ਹੈਰਾਨ ਰਹਿ ਗਈ, ਤੇਰੇ ਪੁੱਤਰਾਂ ਨੇ ਤੇਗ ਐਸੀ ਵਾਹੀ। ਦੁਨੀਆ ਹੈਰਾਨ ਰਹਿ ਗਈ। ਸਿੰਘਾਂ ਜਿਹੇ ਦੇਖੇ ਨਾ ਮੈਂ ਜੱਗ ਤੇ ਦਲੇਰ ਨੇ। ਭੁੱਖੇ ਭਾਣੇ ਲੜੀ ਜਾਂਦੇ ਸੂਰਮੇ ਉਹ ਸ਼ੇਰ ਨੇ। ਹੁਕਮ ਗੁਰਾਂ ਦਾ ਸੁਣ ਕਰਦੇ ਨਾ ਦੇਰ ਨੇ। ਜ਼ਾਲਮਾਂ ਨੂੰ ਮਾਰ ਮਾਰ ਲਾਈ ਜਾਂਦੇ ਢੇਰ ਨੇ। 1.25 ਲੱਖ ਨਾਲ ਇੱਕ ਲੜੇ ਭਰੇ ਇਤਿਹਾਸ ਗਵਾਹੀ। ਦੁਨੀਆ ਹੈਰਾਨ ਰਹਿ ਗਈ, ਤੇਰੇ ਪੁੱਤਰਾਂ ਨੇ ਤੇਗ ਐਸੀ ਵਾਹੀ। ਦੁਨੀਆ ਹੈਰਾਨ ਰਹਿ ਗਈ। ਉਹ 40 ਸਿੰਘ ਲੈ ਕੇ ਆ ਗਿਆ ਚਮਕੌਰ ਦੀ ਗੜੀ ਦੇ ਵਿੱਚ ਮਾਹੀ। ਦੁਨੀਆ ਹੈਰਾਨ ਰਹਿ ਗਈ। ਸੋ ਇਹ 40 ਲੱਖ ਦੇ ਘੇਰੇ ਦੇ ਵਿੱਚ ਇੱਕ ਵੱਖਰਾ ਇਤਿਹਾਸ ਆ ਕਿ 40 ਸਿੰਘਾਂ ਨੇ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕੀਤੀ। ਸੋ ਇੱਕ ਵਾਰੀ ਫੇਰ ਭੁੱਲ ਚੁੱਕ ਲਈ ਖਿਮਾ ਮੰਗਦਾ ਹੋਇਆ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਉਣਗੇ। ਚੰਨਾਂ ਦੇ ਆ ਚਿਹਰਿਆਂ 'ਚੋਂ ਚੰਨ ਮੁਸਕਾਉਣਗੇ। ਵਿਹੜੇ ਵਿੱਚ ਠਾਠਾ ਮਾਰੂ ਖੁਸ਼ੀ ਸੰਸਾਰ ਦੀ। ਚੁੰਮ ਚੁੰਮ ਰੱਖਣੀ ਏ ਕਲਗੀ ਜੁਝਾਰ ਦੀ। ਫੁੱਲਾਂ ਨਾਲ ਗੁੰਦਲੜੀ ਹੀਰਿਆਂ ਦੇ ਹਾਰ ਦੀ। ਕੂਲੇ ਕੂਲੇ ਹੱਥ ਕਿਰਪਾਨਾਂ ਵਿੱਚ ਗੋਰੀਆਂ। ਕੱਲ ਨੇ ਸਵੇਰ ਦੀਆਂ ਚੋੜੀਆਂ ਮੈਂ ਤੋਰੀਆਂ। ਚਿੰਨਾਂ ਦਾ ਵਿਛੋੜਾ ਮੈਂ ਨਾ ਪਲ ਸੀ ਸਹਾਰ ਦੀ। ਚੁੰਮ ਚੁੰਮ ਰੱਖਣੀ ਏ ਕਲਗੀ ਜੁਝਾਰ ਦੀ। ਫੁੱਲਾਂ ਨਾਲ ਗੁੰਦਲੜੀ ਹੀਰਿਆਂ ਦੇ ਹਾਰ ਦੀ। ਘੋੜੀਆਂ ਦੇ ਪੌੜ ਜਦੋਂ
ਕੰਨਾਂ ਸੁਣੇ ਵੱਜਦੇ, ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ। ਲਹੂ ਵਿੱਚ ਭਿੱਜੀ ਘੋੜੀ ਵੇਖੀ ਭੁੱਬਾ ਮਾਰਦੀ, ਚੁੰਮ ਚੁੰਮ ਰੱਖੋ ਨੀਏ ਕੱਲ ਗੀਜ ਜਾਰਦੀ। ਫੁੱਲਾਂ ਨਾਲ ਗੁੰਦੋਲੜੀ ਹੀਰਿਆਂ ਦੇ ਹਾਰ ਦੀ, ਲੱਗੇ ਹੋਏ ਕਾਠੀ ਉੱਤੇ ਲਹੂ ਨੇ ਇਹ ਦੱਸਿਆ, ਮਾਏ ਤੇਰਾ ਜੋੜਾ ਦਾਦੇ ਕੋਲ ਚਾ ਵਸਿਆ। ਛੱਡ ਦੇ ਅਡੀਕ ਹੁਣ ਹੰਸਾ ਦੀ ਡਾਰ ਦੀ, ਚੁੰਮ ਚੁੰਮ ਰੱਖੋ ਨੀਏ ਕੱਲ ਗੀਜ ਜਾਰਦੀ। ਫੁੱਲਾਂ ਨਾਲ ਗੁੰਦੋਲੜੀ ਹੀਰਿਆਂ ਦੇ ਹਾਰ ਦੀ। ਬਹੁਤ ਬਹੁਤ ਧੰਨਵਾਦ ਬੱਚੀ ਦਾ, ਸ਼ਾਬਾਸ਼, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ। ਅਗਲਾ ਬੁਲਾਰਾ ਕਾਕਾ ਮਨਰਾਜ ਸਿੰਘ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਗੋਦ ਵਿੱਚ ਬੈਠੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਵੀਰ ਜਵਾਨੋ ਗੱਭਰੂਓ, ਸਿੱਖੀ ਤੋਂ ਜਵਾਨੀ ਵਾਰ ਦਿਓ। ਅੱਜ ਪੰਥ ਬੜਾ ਕਰ ਜਾਈਏ, ਸਿਰ ਦੇ ਕੇ ਕਰਜ਼ ਉਤਾਰ ਦਿਓ। ਸਿੱਖ ਵੀਰ ਜਵਾਨੋ ਗੱਭਰੂਓ, ਸਿੱਖੀ ਤੋਂ ਜਵਾਨੀ ਵਾਰ ਦਿਓ। ਅੱਜ ਪੰਥ ਬੜਾ ਕਰ ਜਾਈਏ, ਸਿਰ ਦੇ ਕੇ ਕਰਜ਼ ਉਤਾਰ ਦਿਓ। ਸਿੱਖਾ ਜ ਤੇਰੀ ਸਿੱਖੀ ਤੇ, ਸਿੱਖਾ ਜ ਤੇਰੀ ਸਿੱਖੀ ਤੇ ਹੱਲੇ ਹੋ ਰਹੇ ਨੇ। ਬਾਣੀ ਦੇ ਪ੍ਰੇਮੀ ਸਿੰਘਾਂ ਨੂੰ ਫੜ ਫੜ ਕੇ ਕਸਾਈ ਕੋ ਰਹੇ ਨੇ। ਹੀਰਿਓ ਕੁਝ ਸੋਚ ਵਿਚਾਰ ਕਰੋ, ਨਾ ਸੁੱਤਿਆ ਸਮਾਂ ਗੁਜ਼ਾਰ ਦਿਓ। ਜੋ ਜ਼ੁਲਮ ਕੌਮ ਤੇ ਢਾ ਰਹੀ ਏ, ਉਹ ਮੂਦੀ ਕਰ ਸਰਕਾਰ ਦਿਓ। ਸਿੱਖ ਵੀਰ ਜਵਾਨੋ ਗੱਭਰੂਓ, ਸਿੱਖੀ ਤੋਂ ਜਵਾਨੀ ਵਾਰ ਦਿਓ। ਅੱਜ ਪੰਥ ਬੜਾ ਕਰ ਜਾਈਏ, ਸਿਰ ਦੇ ਕੇ ਕਰਜ਼ ਉਤਾਰ ਦਿਓ। ਬਲੀਦਾਨ ਦਿੱਤਾ ਗੁਰ ਨਾਵੇਂ ਨੇ, ਬਲੀਦਾਨ ਦਿੱਤਾ ਗੁਰ ਨਾਵੇਂ ਨੇ, ਹਿੰਦੂਆਂ ਦੇ ਦੁੱਖ ਨਿਵਾਰਨ ਨੂੰ। ਸਾਹਿਬਜ਼ਾਦਿਆਂ ਸ਼ਹਾਦਤ ਦੇ ਦਿੱਤੀ, ਮੁਗਲਾਂ ਦਾ ਰਾਜ ਉਖਾੜ ਦਿਓ। ਸਿੱਖ ਵੀਰ ਜਵਾਨੋ ਗੱਭਰੂਓ, ਸਿੱਖੀ ਤੋਂ ਜਵਾਨੀ ਵਾਰ ਦਿਓ। ਅੱਜ ਪੰਥ ਬੜਾ ਕਰ ਜਾਈਏ, ਸਿਰ ਦੇ ਕੇ ਕਰਜ਼ ਉਤਾਰ ਦਿਓ। ਦਿਨ ਖਤਮ ਰਾਜ ਦੇ ਹੁੰਦੇ ਜਿਉਂ, ਦਿਨ ਖਤਮ ਰਾਜ ਦੇ ਹੁੰਦੇ ਜਿਉਂ, ਰਾਜ ਜ਼ੁਲਮ ਜ਼ਿਆਦਾ ਕਰਦੇ ਨੇ। ਸਾਧੂ ਸਰਮਦ ਹਜ਼ਾਰਾਂ ਹੀ ਫਿਰ ਬੇਗੁਨਾਹੇ ਮਰਦੇ ਨੇ। ਸੱਚ ਪਿੱਛੇ ਸ਼ਹਾਦਤ ਪਾ ਜਾਂਦੇ, ਨਹੀਂ ਤਾਂ ਕਿਸੇ ਤੋਂ ਡਰਦੇ ਨੇ। ਆਖ ਨੂੰ ਬਗਾਵਤ ਉੱਠਦੀ ਜਾ, ਸਿਰ ਲਾਹ ਵੈਰੀਆਂ ਦੇ ਤਰਦੇ ਨੇ। ਪਾਪਾ ਨਾਲ ਬੇੜੀ ਭਰ ਗਈ ਏ, ਹੁਣ ਡੁੱਬਣੇ ਨੂੰ ਮਜਤਾਰ ਦਿਓ। ਕੁਝ ਖੂਨ ਵਹਾ ਕੇ ਹੋਰ ਜੇ ਡੁੱਬਦੀ ਨੂੰ ਮੁੱਦੀ ਮਾਰ ਦਿਓ। ਸਿੱਖ ਵੀਰ ਜਵਾਨੋ ਗੱਭਰੂਓ, ਸਿੱਖੀ ਤੋਂ ਜਵਾਨੀ ਵਾਰ ਦਿਓ। ਅੱਜ ਪੰਥ ਬੜਾ ਕਰ ਜਾਈਏ, ਸਿਰ ਦੇ ਕੇ ਕਰਜ਼ ਉਤਾਰ ਦਿਓ। ਮੇਰੀ ਕਵਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਹੈ। ਤੇਰੇ ਲਾਲਾ ਦਾ ਖੂਨ ਜੇ ਡੁੱਲਦਾ ਨਾ, ਤੇਰੇ ਲਾਲਾ ਦਾ ਖੂਨ ਜੇ ਡੁੱਲਦਾ ਨਾ, ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿੰਦਾ। ਤਾਲੇ ਤੋਤਦੇ ਨਾ ਗੁਲਾਮੀਆਂ ਦੇ, ਤਾਲੇ ਤੋਤਦੇ ਨਾ ਗੁਲਾਮੀਆਂ ਦੇ, ਦੇਸ਼ ਉਮੀ ਹੀ ਅੱਜ ਮਤਾਜ ਰਹਿੰਦਾ। ਜਿਹਨੇ ਅੰਮ੍ਰਿਤ ਕੀਤਾ ਤਿਆਰ, ਗੁਰੂ ਗੋਬਿੰਦ ਸਿੰਘ ਸੀ ਉਹ, ਗੁਰੂ ਗੋਬਿੰਦ ਸਿੰਘ ਸੀ ਉਹ। ਜਿਹਨੇ ਵਾਰਿਆ ਸਭ ਪਰਿਵਾਰ, ਗੁਰੂ ਗੋਬਿੰਦ ਸਿੰਘ ਸੀ ਉਹ, ਗੁਰੂ ਗੋਬਿੰਦ ਸਿੰਘ ਸੀ ਉਹ। ਜਿਹਨੇ ਦਾਸ ਕਰੀ ਸਰਦਾਰ, ਗੁਰੂ ਗੋਬਿੰਦ ਸਿੰਘ ਸੀ ਉਹ, ਗੁਰੂ ਗੋਬਿੰਦ ਸਿੰਘ ਸੀ ਉਹ। ਜਿਹਨੇ ਸਾਜਿਆ ਖਾਲਸਾ ਪੰਥ, ਗੁਰੂ ਗੋਬਿੰਦ ਸਿੰਘ ਸੀ ਉਹ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਗੋਬਿੰਦ ਸਿੰਘ ਸੀ ਉਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਖਾਓ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਖਾਓ। ਖੇਤ ਚ ਮੰਡਿਓ ਸੂਰਮਾ, ਅਬ ਜੂਝ
जन को ताओ खेत च मंडियो सूरमा अब चूचन को ताओ गगन मामा पाजियो पर निशाने खाओ गगन मामा पाजियो पर निशाने खाओ सूरा सो पहचानिए जो लरे दीन के हेत सूरा सो पहचानिए जो लरे दीन के हेत गगन मामा पाजियो पर निशाने खाओ गगन मामा पाजियो पर निशाने खाओ पर्चा पर्चा कट मरे कबू न छड्ड खेत पर्चा पर्चा कट मरे कबू न छड्ड खेत गगन मामा बाजियो गगन मामा बाजियो पर निशाने खाओ खेत मंडियो सूरमा अब चूचन को दाओ खेत च मंडियो सूरमा अब चूचन को दाओ लवे गंगू पापिया लवे गंगू पापिया लानता संभाल वे निहाच शहीद हो गए गोविंद लाल वे निहाच शहीद हो गए गोविंद लाल वे लवे गंगू पापिया लवे गंगू पापिया लानता संभाल वे निहाच शहीद हो गए गोविंद लाल वे निहाच शहीद हो गए गोविंद लाल वे बच्चे आदे दिला दिया तर्क न खलो गया तेनों का दा दुख तेरे दिल दिया हो गया बच्चे आदे दिला दिया तर्क न खलो गया तेनों का दा दुख तेरे दिल दिया हो गया अज खुशी नाल चली अज खुशी नाल चली मस्ती दी चाल वे निहाच शहीद हो गए गोविंद लाल वे निहाच शहीद हो गए गोविंद लाल वे बेगानिया सी आंदरा किसे माद लाल सी तेनू की है तेरा लईता दुश्मन दे बाल सी विच आई मान तू ता फिर कादा ख्याल वे निहाच शहीद हो गए गोविंद लाल वे निहाच शहीद हो गए गोविंद लाल वे लून हरामी तेनू सदा लोकी कहनगे तू ता लाली शर्म जो भी कहंदे नहीं ओ कहनगे लून
ਕੀ ਕਹਿਣਗੇ, ਤੂੰ ਤਾਂ ਲਾਲੀ ਸ਼ਰਮ ਚੋਂ ਵੀ ਕਹਿੰਦੇ ਨਹੀਂ ਉਹ ਕਹਿਣਗੇ। ਆਵਾਜ਼ਾਂ ਸਦਾ ਨਿਹਾਰ ਵਿੱਚੋਂ ਸੱਚੀਆ, ਤੂੰ ਹੀ ਤਾਂ ਲਾਲਾ ਦੀਆ ਛਾਤੀ ਤੇ ਰੱਖੀਆ। ਦਸਵੇਂ ਪਿਤਾ ਨੇ ਪਿਤਾ ਦਾ ਸੀਸ ਦੇ ਕੇ ਬੇੜਾ ਗੰਗ ਦਾ ਰੁੜਨੋਂ ਬਚਾ ਲਿਆ ਏ। ਪੁੱਤਰ ਵਾਰਨੇ ਦੀ ਤਰਤੀਬ ਵੇਖੋ, ਦੋ ਦੋ ਦਾ ਜੋੜਾ ਬਣਾ ਲਿਆ ਏ। ਪਹਿਲਾ ਜੋੜਾ ਜੋ ਵਿੱਚ ਚਮਕੌਰ ਦਿੱਤਾ, ਦੂਜਾ ਨਿਹਾਂ ਵਿੱਚ ਚਿਣਾ ਲਿਆ ਏ। ਰੌਸ਼ਨ ਕਰਨ ਲਈ ਦੇਸ਼ ਦੇ ਚਾਰ ਕੋਨੇ ਆਪਣਾ ਦੀਵਾ ਚਮਖੀਆ ਬੁਝਾ ਲਿਆ ਏ। ਨੂਰੀ ਮੁਖੜਾ ਵਿਖਾ ਜਾ ਬਾਜਾਂ ਵਾਲਿਆ, ਸੁਣਨਾ ਛੱਡ ਕੇ ਆਨੰਦਪੁਰ ਸ਼ਹਿਰ ਨੂੰ, ਇਹਨਾਂ ਦੱਸ ਜਾ ਤੂੰ ਡੇਰਾ ਕਿੱਥੇ ਲਾ ਲਿਆ। ਵਾਜਾਂ ਵਾਲਿਆ, ਵਾਜਾਂ ਵਾਲਿਆ, ਵਾਜਾਂ ਵਾਲਿਆ, ਵਾਜਾਂ ਵਾਲਿਆ, ਸੁਣਾ ਛੱਡ ਕੇ ਆਨੰਦਪੁਰ ਸ਼ਹਿਰ ਨੂੰ, ਇਹਨਾਂ ਦੱਸ ਜਾ ਤੂੰ ਡੇਰਾ ਕਿੱਥੇ ਲਾ ਲਿਆ। ਵਾਜਾਂ ਵਾਲਿਆ, ਵਾਜਾਂ ਵਾਲਿਆ, ਵਾਜਾਂ ਵਾਲਿਆ, ਵਾਜਾਂ ਵਾਲਿਆ। ਵੱਡਾ ਜੂਝ ਕੇ ਸ਼ਹੀਦ ਜਦੋਂ ਹੋ ਗਿਆ, ਛੋਟਾ ਸਾਹਿਬਜ਼ਾਦਾ ਉੱਠ ਕੇ ਖਲੋ ਗਿਆ। ਵੱਡਾ ਜੂਝ ਕੇ ਸ਼ਹੀਦ ਜਦੋਂ ਹੋ ਗਿਆ, ਛੋਟਾ ਸਾਹਿਬਜ਼ਾਦਾ ਉੱਠ ਕੇ ਖਲੋ ਗਿਆ। ਗੁਰਾਂ ਖੀੜੇ ਮੱਥੇ ਤੋਰਿਆ ਜੁਝਾਰ ਨੂੰ, ਗੁਰਾਂ ਖੀੜੇ ਮੱਥੇ ਤੋਰਿਆ ਜੁਝਾਰ ਨੂੰ, ਕੋਈ ਆਖੇ ਨਾ ਕਿ ਇੱਕ ਨੂੰ ਲੁਕਾ ਲਿਆ। ਵਾਜਾਂ ਵਾਲਿਆ, ਵਾਜਾਂ ਵਾਲਿਆ, ਵਾਜਾਂ ਵਾਲਿਆ, ਵਾਜਾਂ ਵਾਲਿਆ। ਆਕੇ ਨੀ ਥੱਲੇ ਫਤਿਹ ਸਿੰਘ ਬੋਲਿਆ, ਆਕੇ ਨੀ ਥੱਲੇ ਫਤਿਹ ਸਿੰਘ ਬੋਲਿਆ। ਮੈਂ ਨੀ ਪੱਥਰਾਂ ਦੇ ਪਾਰ ਥੱਲੇ ਡੋਲਿਆ, ਮੈਂ ਨੀ ਪੱਥਰਾਂ ਦੇ ਪਾਰ ਥੱਲੇ ਡੋਲਿਆ। ਜਿਹੜੇ ਅਥਰੂ ਬ੍ਰਾਹਮਣਾਂ ਦੇ ਡਿੱਗਦੇ, ਜਿਹੜੇ ਅਥਰੂ ਬ੍ਰਾਹਮਣਾਂ ਦੇ ਡਿੱਗਦੇ, ਭਾਰ ਉਹਨਾਂ ਦਾ ਨਹੀਂ ਜਾਂਦਾ ਸੀ ਸੰਭਾਲਿਆ।
ਭਾਰ ਉਹਨਾਂ ਦਾ ਨਹੀਂ ਜਾਂਦਾ ਸੀ ਸੰਭਾਲਿਆ। ਬਾਜਾਂ ਵਾਲਿਆ, ਬਾਜਾਂ ਵਾਲਿਆ, ਬਾਜਾਂ ਵਾਲਿਆ, ਬਾਜਾਂ ਵਾਲਿਆ। ਮਾਹੀ ਮਾਛੀਵਾੜੇ ਜੰਗਲਾਂ 'ਚ ਸੌਂ ਗਿਆ। ਮਾਹੀ ਮਾਛੀਵਾੜੇ ਕੰਢਿਆਂ ਤੇ ਸੌਂ ਗਿਆ। ਰੰਗ ਚੰਦ ਤੇ ਸਿਤਾਰਿਆਂ ਦਾ ਭੌਂ ਗਿਆ। ਸੂਲਾਂ ਤਿੱਖੀਆਂ ਸਰੀਰ ਵਿੱਚ ਚੁੱਭੀਆਂ। ਮਾਨੋ ਕੰਢਿਆਂ ਨੇ ਗੰਗਾ ਵਿੱਚ ਨਹਾ ਲਿਆ। ਮਾਨੋ ਕੰਢਿਆਂ ਨੇ ਗੰਗਾ ਵਿੱਚ ਨਹਾ ਲਿਆ। ਬਾਜਾਂ ਵਾਲਿਆ, ਬਾਜਾਂ ਵਾਲਿਆ, ਬਾਜਾਂ ਵਾਲਿਆ, ਬਾਜਾਂ ਵਾਲਿਆ। ਗਿਆ ਦੁੱਖ ਨਾ ਬ੍ਰਾਹਮਣਾਂ ਦਾ ਠੱਲਿਆ। ਗਿਆ ਦੁੱਖ ਨਾ ਬ੍ਰਾਹਮਣਾਂ ਦਾ ਚੱਲਿਆ। ਦਿੱਲੀ ਪਿਤਾ ਨੂੰ ਸ਼ਹੀਦ ਹੋਣ ਕੱਲਿਆ। ਦਿੱਲੀ ਪਿਤਾ ਨੂੰ ਸ਼ਹੀਦ ਹੋਣ ਖੱਲਿਆ। ਹੱਥ ਸਫਰੀ ਕਲੇਜੇ ਵਿੱਚ ਡੋਬ ਕੇ। ਹੱਥ ਸਫਰੀ ਕਲੇਜੇ ਵਿੱਚ ਡੋਬ ਕੇ। ਗੁਰਾ ਰੁੜੀ ਜਾਂਦੀ ਹਿੰਦ ਨੂੰ ਬਚਾ ਲਿਆ। ਗੁਰਾ ਰੁੜੀ ਜਾਂਦੀ ਹਿੰਦ ਨੂੰ ਬਚਾ ਲਿਆ। ਬਾਜਾਂ ਵਾਲਿਆ, ਬਾਜਾਂ ਵਾਲਿਆ। ਸੁਨਾ ਛੱਡ ਕੇ ਆਨੰਦਪੁਰ ਸ਼ਹਿਰ ਨੂੰ। ਸੁਨਾ ਛੱਡ ਕੇ ਆਨੰਦਪੁਰ ਸ਼ਹਿਰ ਨੂੰ। ਇੰਨਾ ਦੱਸ ਜਾ ਤੂੰ ਡੇਰਾ ਕਿੱਥੇ ਲਾ ਲਿਆ। ਬਾਜਾਂ ਵਾਲਿਆ, ਬਾਜਾਂ ਵਾਲਿਆ, ਬਾਜਾਂ ਵਾਲਿਆ, ਬਾਜਾਂ ਵਾਲਿਆ, ਬਾਜਾਂ ਵਾਲਿਆ, ਬਾਜਾਂ ਵਾਲਿਆ। ਵਾਹਿਗੁਰੂ। ਬਹੁਤ ਬਹੁਤ ਧੰਨਵਾਦ ਭਾਈ ਦਵਿੰਦਰਪਾਲ ਸਿੰਘ ਜੀ। ਸਾਡੇ ਅਗਲੇ ਬੁਲਾਰੇ ਨੇ ਬੱਚੀ ਆ ਤ੍ਰਿਮਨ ਕੌਰ। ਇਹਨਾਂ ਤੋਂ ਬਾਅਦ ਬਲਬੀਰ ਸਿੰਘ ਲਹਿਰਾ ਜੀ ਤਿਆਰ ਹਨ। ਲਾਸ਼ ਪੁੱਤ ਦੀ ਪੈਰਾਂ ਦੇ ਵਿੱਚ ਆਈ। ਲਾਸ਼ ਪੁੱਤ ਦੀ ਪੈਰਾਂ ਦੇ ਵਿੱਚ ਆਈ। ਲੰਘ ਗਿਓ ਸੀਸ ਚੁੰਮ ਕੇ। ਲੰਘ ਗਿਓ ਸੀਸ ਚੁੰਮ ਕੇ। ਪਾ ਕੇ ਗਜ਼ ਦੋ ਕਫਨ ਦਾ ਟੋਟਾ। ਪਾ ਕੇ ਗਜ਼ ਦੋ ਕਫਨ ਦਾ ਟੋਟਾ। ਕੱਜ ਜਾਂਦੋਂ ਲਾਸ਼ ਪੁੱਤ ਦੀ। ਕੱਜ ਜਾਂਦੋਂ ਲਾਸ਼ ਪੁੱਤ ਦੀ। ਚਮਕੌਰ ਗੜੀ ਦੀਆਂ ਕੰਧਾਂ ਤਾਹਾਂ ਮਾਰਦੀਆਂ। ਛੜ ਗਏ ਸੁੰਨੀਆਂ ਲਾਸ਼ਾਂ ਜੀਤ ਜੁਝਾਰ ਦੀਆਂ। ਚਮਕੌਰ ਗੜੀ ਦੀਆਂ ਕੰਧਾਂ ਤਾਹਾਂ ਮਾਰਦੀਆਂ। ਛੜ ਗਏ ਸੁੰਨੀਆਂ ਲਾਸ਼ਾਂ ਜੀਤ ਜੁਝਾਰ ਦੀਆਂ। ਆ ਕੇ ਖਾਲਸੇ ਦੇ ਜੋਰ ਵੇਖ ਲੈ। ਆ ਕੇ ਖਾਲਸੇ ਦੇ ਜੋਰ ਵੇਖ ਲੈ। ਲਹੂ ਨਾਲ ਲੈ ਬੜੀ ਪਈ। ਉਹਦਾ ਤੇ ਆ ਇਹ
ਇਹ ਗੜੀ ਚਮਕਾਰ ਵੇਖ ਲੈ, ਇਹ ਗੜੀ ਚਮਕਾਰ ਵੇਖ ਲੈ। ਗਏ ਲੰਘਦੇ ਅਸੀਂ ਸਾਂ ਵੰਡਦੇ, ਗਏ ਲੰਘਦੇ ਅਸੀਂ ਸਾਂ ਵੰਡਦੇ, ਕਹਿੰਦੇ ਤਨ ਤਨ ਖਾਲਸਾ, ਕਹਿੰਦੇ ਤਨ ਤਨ ਖਾਲਸਾ। ਚਮਕੌਰ ਗੜੀ ਦੀਆਂ ਕੰਧਾਂ ਤਾਹਾਂ ਮਾਰਦੀਆਂ, ਛੱਡ ਗਏ ਸੁੰਨੀਆਂ ਲਾਸ਼ਾਂ ਜੀਤ ਜੁਝਾਰ ਦੀਆਂ। ਚਮਕੌਰ ਗੜੀ ਦੀਆਂ ਕੰਧਾਂ ਤਾਹਾਂ ਮਾਰਦੀਆਂ, ਛੱਡ ਗਏ ਸੁੰਨੀਆਂ ਲਾਸ਼ਾਂ ਜੀਤ ਜੁਝਾਰ ਦੀਆਂ। ਬਹੁਤ ਬਹੁਤ ਧੰਨਵਾਦ ਬੱਚੀ ਤ੍ਰਿਮਨ ਕੌਰ। ਸੋ ਹੁਣ ਬਲਬੀਰ ਸਿੰਘ ਲਹਿਰਾ ਸਾਹਿਬ ਜੀ, ਇਹਨਾਂ ਤੋਂ ਬਾਅਦ ਸਰਜੀਤ ਸਿੰਘ ਬੈਂਸ ਜੀ ਤਿਆਰ ਹਨ। ਦੋ ਜਹਾਨ ਦਾ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਦੇ ਦਿਨ ਉਹ ਮਾਛੀਵਾੜੇ ਜੰਗਲਾਂ ਦੇ ਵਿੱਚ ਟਿੰਡ ਦਾ ਸਰਾਣਾ ਲੈ ਕੇ ਸੁੱਤੇ ਸੀ। ਦੋ ਸਾਹਿਬਜ਼ਾਦੇ ਸ਼ਹੀਦ ਹੋਏ ਤੇ ਦੋ ਚਮਕੌਰ ਗੜੀ ਦੀਆਂ ਫਤਿਹਗੜ੍ਹ ਸਾਹਿਬ ਦੀਆਂ ਕੰਧਾਂ 'ਚ ਚਿਣਾਏ ਗਏ ਤੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਜ ਦੇ ਦਿਨ ਮਾਛੀਵਾੜੇ ਜੰਗਲਾਂ ਦੇ ਵਿੱਚ ਕੁਛ ਪਰਮਾਤਮਾ ਦੇ ਨਾਲ ਗੱਲਾਂ ਕਰਦੇ ਨੇ। ਉਹ ਮੈਂ ਉਹਨਾਂ ਨੂੰ ਤੇ ਚਾਰ ਲਾਈਨਾਂ ਉਚਰੀਆਂ ਹੋਈਆਂ ਨੇ ਸਾਹਿਬੇ ਕਮਾਲ ਨੇ, ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ, ਤੇਰੇ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਰੋਗ ਰਜਾਈਆਂ ਓਡਣ, ਦੁਰਵਿਨ ਰੋਗ ਰਜਾਈਆਂ ਓਡਣ, ਨਾਗਿਨ ਵਾਸੰਦੇ ਰਹਿਣਾ। ਸਤਿਕਾਰਯੋਗ ਸਾਧ ਸੰਗਤ ਜੀ, जिस तरह कि आप सुबह संतों को पता है कि सतगुरु ने महान बख्शिश कृपा की है कि शाटल की लिखारी सभा के मैंबर साहबाना ने सरदार हरदयाल सिंह चीमा साहब, टिवाणा साहब, लाली संधू जी, बलिहार सिंह जी तो होर भी जो इस सभा के मैंबर साहबान ने जिन्हों का मैं नाम नहीं जानता, उन्होंने बहुत बड़ा उपराला, जिस तरह मैनू तो पहली बार पता लग्या भी पिछले सालों में भी ये समागम कराते हैं। सो इस बारी भी ये समागम जो साहबजादियों की यादों में कराया है, तो दास को भी पहली बार समय मिले। सो मैं सारे मैंबर साहबाना का धन्यवाद करता हाँ, क्योंकि गाउन वाला 5-7 मिनट के गा के पिछे पर चला जाता है। अज ऐसा समय जो लिखारी साहब ने जिन्होंने लिखना है, जिन्होंने कि हवा के कोई महल बनाना है, उन्होंने बड़ी वड्डी सोच है। पता नहीं कितों कितों लफ्ज लैके आते हैं एक गुलदस्ता तैयार करने वास्ते, वो बहुत सारे फुल पाने पैंदे ने। सो असी कलाकार जो 5-7 मिनट गा जाता है उन्होंने कहने बहुत वधिया गाया जी इन्हें, तो जिन्होंने एक हवा च महल बनाया कितों कितों फुल लैके आते हैं, उन्होंने असी भुलते जा रहे हैं। सो ये लिखारी सभा पहला ये लिखते हैं, पता नहीं कितों दिमाग के कढ़ के लिया गुरु साहबा की महिमा बारे, जां वो भी जो लिखते हैं।
ਸੋ ਸਾਡਾ ਧੰਨਵਾਦ ਕਰਨਾ ਇਹਨਾਂ ਦਾ ਫਰਜ਼ ਬਣਦਾ ਹੈ। ਇਹਨਾਂ ਦਾ ਧੰਨਵਾਦ ਕਰੀਏ ਕਿ ਇਹ ਬਹੁਤ ਵੱਡੀਆਂ ਕਵਿਤਾਵਾਂ ਦੇ ਵਿੱਚ ਲਫ਼ਜ਼ ਪਾਉਂਦੇ ਨੇ, ਜਿਹਨੂੰ ਤੁਸੀਂ ਸੁਣਦੇ ਹੋ ਲਫ਼ਜ਼ ਇਹਨਾਂ ਦੇ ਲਿਖੇ ਹੁੰਦੇ ਨੇ। ਸੋ ਆਓ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਧੰਨਵਾਦ ਕਰਦਾ ਹੋਇਆ, ਛੋਟੀਆਂ ਦੋ ਕਵਿਤਾਵਾਂ ਕਹਿਣੀਆਂ ਨੇ, ਬਹੁਤਾ ਟਾਈਮ ਨਹੀਂ ਲਾਵਾਂ, 5-4 ਮਿੰਟ ਦੀਆਂ ਕਵਿਤਾਵਾਂ ਨੇ। ਸੋ ਉਸ ਤੋਂ ਬਾਅਦ ਮੈਂ ਸਮਾਪਤੀ ਕਰ ਦੇਣੀ ਹੈ। ਸੋ ਆਓ ਸਾਧ ਸੰਗਤ ਜੀ, ਉਸ ਸਮੇਂ ਦੀ ਕਵਿਤਾ ਆਪ ਨੂੰ ਸੁਣਾ ਰਹੇ ਹਾਂ ਜਦੋਂ ਕਿ ਟੋਡਰ ਮੱਲ ਜਿਹਦੇ ਕੋਲ ਬਹੁਤ ਸਾਰੀ ਮਾਇਆ ਸੀ, ਸੋ ਉਹਨੇ ਆਪਣਾ ਮਾਣ ਹੰਕਾਰ ਗਵਾ ਦਿੱਤਾ। ਸੋ ਸਤਿਗੁਰ ਦੇ ਚਰਨਾਂ ਨਾਲ ਜੁੜ ਗਿਆ। ਸੋ ਆਓ ਮੈਂ ਸਭ ਤੋਂ ਪਹਿਲਾਂ ਇੱਕ ਬੇਨਤੀ ਕਰਾਂ, ਫਤਿਹ ਬੁਲਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਨੂੰ ਥੋੜ੍ਹੀ ਜਿਹੀ ਮਾਇਆ ਨਾਲ ਹੰਕਾਰ ਹੋ ਜਾਂਦਾ ਹੈ। ਹੋ ਕਲਗੀ ਵਾਲਿਆ ਤੇਰਾ ਹੈ ਦਰ ਐਸਾ, ਤੇ ਹੈਂਕੜ ਵਾਲਿਆਂ ਦੇ ਸਿਰ ਝੁਕ ਜਾਂਦੇ। ਹੋ ਤੇਰੀ ਕਲਗੀ ਦੀ ਐਸੀ ਝਲਕ ਵੇਖੀ, ਤੇ ਵੈਣ ਸਾਗਰਾਂ ਦੇ ਚੱਲਣੋਂ ਰੁਕ ਜਾਂਦੇ। ਹੋ ਤੇਰੇ ਨੀਲੇ ਦੀ ਸੋਹਣੀ ਰਫਤਾਰ ਐਸੀ, ਤੇ ਵੈਣ ਸਾਗਰਾਂ ਦੇ ਚੱਲਣੋਂ ਰੁਕ ਜਾਂਦੇ। ਹੋ ਤੇਰੇ ਚਰਨਾਂ ਦੀ ਮਿਲ ਜਾਏ ਧੂੜ ਜਿਸਨੂੰ, ਤੇ ਉਹਦੇ ਗੇੜ 84 ਦੇ ਮੁੱਕ ਜਾਂਦੇ। ਤੇ ਆਓ ਸੁਣੇ ਜੀ ਕੀ ਕਹਿੰਦਾ ਫਿਰ। ਉਹ ਕੋਈ ਖਾਲੀ ਮੋੜਿਓ ਨਾ, ਟੋਡਰ ਮੱਲ ਮੰਗਤਾ ਬਣ ਆਇਆ। ਕੋਈ ਖਾਲੀ ਮੋੜਿਓ ਨਾ, ਟੋਡਰ ਮੱਲ ਮੰਗਤਾ ਬਣ ਆਇਆ। ਖਾਲੀ ਮੋੜਿਓ ਨਾ, ਟੋਡਰ ਮੱਲ ਮੰਗਤਾ ਬਣ ਆਇਆ। ਕੋਈ ਖਾਲੀ ਮੋੜਿਓ ਨਾ, ਟੋਡਰ ਮੱਲ ਮੰਗਤਾ ਬਣ ਆਇਆ। ਕੋਈ ਖਾਲੀ ਮੋੜਿਓ ਨਾ, ਟੋਡਰ ਮੱਲ ਮੰਗਤਾ ਬਣ ਆਇਆ। ਜਦੋਂ ਜ਼ਾਲਮ ਸੂਬੇ ਨੇ ਖੜੀਆਂ ਮੋਹਰਾਂ ਦੀ ਗੱਲ ਆਖੀ, ਜਦੋਂ ਜ਼ਾਲਮ ਸੂਬੇ ਨੇ ਖੜੀਆਂ ਮੋਹਰਾਂ ਦੀ ਗੱਲ ਆਖੀ। ਝੱਟ ਟੋਡਰ ਮੱਲ ਉੱਠਿਆ, ਮੈਂ ਵੀ ਕਰਾਂ ਧਰਮ ਦੀ ਰਾਖੀ। ਝੱਟ ਟੋਡਰ ਮੱਲ ਉੱਠਿਆ, ਮੈਂ ਵੀ ਕਰਾਂ ਧਰਮ ਦੀ ਰਾਖੀ। ਗੱਲ ਪੱਲਾ ਪਾ ਕੇ ਤੇ ਉਸਨੇ ਉੱਚੀ ਆਖ ਸੁਣਾਇਆ। ਕੋਈ ਖਾਲੀ ਮੋੜਿਓ ਨਾ, ਟੋਡਰ ਮੱਲ ਮੰਗਤਾ ਬਣ ਆਇਆ। ਕੋਈ ਖਾਲੀ ਮੋੜਿਓ ਨਾ, ਟੋਡਰ ਮੱਲ ਮੰਗਤਾ ਬਣ ਆਇਆ। ਗਲ ਬਗਲੀ ਪਾ ਲਈਏ, ਫਿਰ ਦਰ ਲਿਖੀ ਜਗਾਉਂਦਾ। ਹੋ ਦਰ ਬਗਲੀ ਪਾ ਲਈਏ, ਫਿਰ ਦਰ ਅਗਲੀ ਜਗਾਉਂਦਾ। ਅੱਜ ਮੰਗਤਾ ਬਣ ਤੁਰਿਆ, ਕੱਲ ਜੋ ਤਨਵਾ ਦੇ ਕਮਾਉਂਦਾ। ਅੱਜ ਮੰਗਤਾ ਬਣ ਤੁਰਿਆ, ਕੱਲ ਜੀ ਸੋ ਜੋ ਤਨਵਾ ਨੇ ਕਹਾਉਂਦਾ। ਦਿਲ ਤਾਰ ਗਰੀਬੀ ਨੂੰ, ਉਹ ਦਿਲ ਤਾਰ ਗਰੀਬੀ ਨੂੰ, ਸਾਰਾ ਮਾਣ ਹੰਕਾਰ ਗਵਾਇਆ। ਕੋਈ ਖਾਲੀ ਮੋੜਿਓ ਨਾ, ਟੋਡਰ ਮੱਲ ਮੰਗਤਾ ਬਣ ਆਇਆ। ਕੋਈ ਖਾਲੀ ਮੋੜਿਓ ਨਾ, ਟੋਡਰ ਮੱਲ ਮੰਗਤਾ ਬਣ ਆਇਆ।
ਅੱਜ ਮੈਂ ਕੋਈ ਸੇਠ ਨਹੀਂ, ਹਾਂ ਪਿਛਕ ਤੁਹਾਡੇ ਦਰ ਦਾ। ਅੱਜ ਮੈਂ ਕੋਈ ਸੇਠ ਨਹੀਂ, ਮੈਂ ਹਾਂ ਪਿਛਕ ਤੁਹਾਡੇ ਦਰ ਦਾ। ਨੇਕੀ ਦੇ ਕੰਮ ਲਈ ਮੈਂ ਤਨ ਮਾਲ ਗਵਾਇਆ ਕਰਦਾ। ਨੇਕੀ ਦੇ ਕੰਮ ਲਈ ਮੈਂ ਤਨ ਮਾਲ ਗਵਾਇਆ ਕਰਦਾ। ਮੈਨੂੰ ਫਿਰ ਵੀ ਸ਼ੱਕ ਹੈ ਕੋਈ, ਮੈਨੂੰ ਫਿਰ ਵੀ ਹੈ ਸ਼ੱਕ ਕਿਧਰੇ ਕੱਟ ਨਾ ਜਾਵੇ ਮਾਇਆ। ਕੋਈ ਖਾਲੀ ਮੋੜਿਓ ਨਾ ਟੋਡਰ ਮੱਲ ਮੰਗਤਾ ਬਣ ਆਇਆ। ਖਾਲੀ ਮੋੜਿਓ ਨਾ ਟੋਡਰ ਮੱਲ ਮੰਗਤਾ ਬਣ ਆਇਆ। ਪਾਪੀ ਤੇ ਧਰਮਿਆਂ ਦੀ ਅੱਜ ਜੰਗ ਅਨੋਖੀ ਹੋਈ। ਪਾਪੀ ਤੇ ਧਰਮਿਆਂ ਦੀ ਅੱਜ ਜੰਗ ਅਨੋਖੀ ਹੋਈ। ਅੱਜ ਜੰਗ ਅਨੋਖੀ ਹੋਈ। ਰੱਬ ਰਾਖਾ ਧਰਮਿਆਂ ਦਾ ਮਿਲਦੀ ਨਾ ਜ਼ਾਲਮ ਨੂੰ ਢੋਈ। ਰੱਬ ਰਾਖਾ ਧਰਮਿਆਂ ਦਾ ਮਿਲਦੀ ਨਾ ਜ਼ਾਲਮ ਨੂੰ ਢੋਈ। ਕੁਰਬਾਨੀ ਕਰਕੇ ਤੇ ਕੁਰਬਾਨੀ ਕਰਕੇ ਤੇ ਫਿਰ ਜਾਂਦਾ ਧਰਮ ਬਚਾਇਆ। ਕੋਈ ਖਾਲੀ ਮੋੜਿਓ ਨਾ ਟੋਡਰ ਮੱਲ ਮੰਗਤਾ ਬਣ ਆਇਆ। ਕੋਈ ਖਾਲੀ ਮੋੜਿਓ ਨਾ ਟੋਡਰ ਮੱਲ ਮੰਗਤਾ ਬਣ ਆਇਆ। ਉਹ ਕਰ ਖੜੀਆਂ ਮੋਰਾਂ ਨੂੰ, ਉਹ ਕਰ ਖੜੀਆਂ ਮੋਰਾਂ ਨੂੰ ਥਾਮੇ ਜ਼ਾਲਮ ਤੋਂ ਮੁੱਲ ਲੈਣੀ। ਉਹ ਕਰ ਖੜੀਆਂ ਮੋਰਾਂ ਨੂੰ ਥਾਮੇ ਜ਼ਾਲਮ ਤੋਂ ਮੁੱਲ ਲੈਣੀ। ਦਾਦੀ ਤੇ ਪੋਤਿਆਂ ਦੀ ਇੱਥੇ ਯਾਦ ਹਮੇਸ਼ਾ ਰਹਿਣੀ। ਦਾਦੀ ਤੇ ਪੋਤਿਆਂ ਦੀ ਇੱਥੇ ਯਾਦ ਹਮੇਸ਼ਾ ਰਹਿਣੀ। ਨੇਕੀ ਦਾ ਕੰਮ ਕਰਾਂ, ਨੇਕੀ ਦਾ ਕੰਮ ਕਰਾਂ, ਰਾਜ ਇਹ ਮੇਰੇ ਮਨ ਨੂੰ ਪਾਇਆ। ਕੋਈ ਖਾਲੀ ਮੋੜਿਓ ਨਾ ਟੋਡਰ ਮੱਲ ਮੰਗਤਾ ਬਣ ਆਇਆ। ਕੋਈ ਖਾਲੀ ਮੋੜਿਓ ਨਾ ਟੋਡਰ ਮੱਲ ਮੰਗਤਾ ਬਣ ਆਇਆ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੀਰਾ ਸਾਹਿਬ। ਧਰਮ ਬਦਲਣ ਦਾ ਖਿਆਲ ਤੂੰ ਛੱਡ ਦੇ ਸੂਬੇ। ਧਰਮ ਬਦਲਣ ਦਾ ਖਿਆਲ ਤੂੰ ਛੱਡ ਦੇ ਸੂਬੇ। ਖੈਰ ਮੰਗ ਆਪਣੇ ਰੱਬ ਤੋਂ ਆਪਣੀ, ਖੈਰ ਮੰਗ ਆਪਣੇ ਰੱਬ ਤੋਂ ਆਪਣੀ। ਪੁੱਤ ਸ਼ੇਰਾਂ ਦੇ ਭੇਡਾਂ ਤੋਂ ਨਹੀਂ ਡਰਦੇ, ਪੁੱਤ ਸ਼ੇਰਾਂ ਦੇ ਭੇਡਾਂ ਤੋਂ ਨਹੀਂ ਡਰਦੇ। ਲਾੜੀ ਮੌਤ ਨੂੰ ਪਰਨਾਈਏ ਅਸੀਂ ਹੱਸ ਹੱਸ ਕੇ। ਲਾੜੀ ਮੌਤ ਨੂੰ ਪਰਨਾਈਏ ਅਸੀਂ ਹੱਸ ਹੱਸ ਕੇ। ਤੇਰੇ ਲਸ਼ਕਰ ਸਿਪਾਹੀਆਂ ਤੋਂ ਨਹੀਂ ਘਬਰਦੇ, ਤੇਰੇ ਲਸ਼ਕਰ ਸਿਪਾਹੀਆਂ ਤੋਂ ਨਹੀਂ ਘਬਰਦੇ। ਧਰਮ ਬਦਲਣਾ ਸਾਨੂੰ ਕਬੂਲ ਨਹੀਂ, ਧਰਮ ਬਦਲਣਾ ਸਾਨੂੰ ਕਬੂਲ ਨਹੀਂ। ਜੋ ਤੇਰਾ ਚਿੱਤ ਆਏ ਸੂਬਿਆ ਤੂੰ ਕਰ ਲੈ। ਜੋ ਤੇਰਾ ਚਿੱਤ ਆਏ ਸੂਬਿਆ ਤੂੰ ਕਰ ਲੈ। ਦਿੱਤਾ ਹੁਕਮ ਇਹਨਾਂ ਨੂੰ ਨੀਹਾਂ ਵਿੱਚ ਚਿਣ ਦਿਓ। ਦਿੱਤਾ ਹੁਕਮ ਇਹਨਾਂ ਨੂੰ ਨੀਹਾਂ ਵਿੱਚ ਚਿਣ ਦਿਓ। ਜ਼ੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਹਕੂਮਤ ਵਾਲਿਆਂ ਨੀਹਾਂ ਵਿੱਚ ਚਿਣ ਦਿੱਤੇ, ਹਕੂਮਤ ਵਾਲਿਆਂ ਨੀਹਾਂ ਵਿੱਚ ਚਿਣ ਦਿੱਤੇ। ਛੋਟੇ ਲਾਲਾਂ ਦੇ ਗਲਿਆਂ ਉੱਤੇ ਮੁਗਲਾਂ ਨੇ, ਛੋਟੇ ਲਾਲਾਂ ਦੇ ਗਲਿਆਂ ਉੱਤੇ ਮੁਗਲਾਂ ਨੇ ਛੁਰੇ ਚਲਾ ਦਿੱਤੇ। ਜਦ ਕੰਧ ਆਈ ਗੋਡਿਆਂ ਤੀਕ, ਜਦ ਕੰਧ ਆਈ ਗੋਡਿਆਂ ਤੀਕ, ਕਾਫਰ ਜਲਾਦ ਇੱਟ ਨੂੰ ਭੰਨਣ ਲੱਗੇ। ਹੱਸ ਕੇ ਕਿਹਾ ਦਸ਼ਮੇਸ਼ ਦੁਲਾਰਿਆਂ ਨੇ, ਹੱਸ ਕੇ ਕਿਹਾ ਦਸ਼ਮੇਸ਼ ਦੁਲਾਰਿਆਂ ਨੇ, ਮੈਲ ਸਿੱਖੀ ਦੇ ਨਹੀਂ ਉਸਰਦੇ ਟੁੱਟੀਆਂ ਇੱਟਾਂ ਤੇ, ਮੈਲ ਸਿੱਖੀ ਦੇ ਨਹੀਂ ਉਸਰਦੇ ਟੁੱਟੀਆਂ ਇੱਟਾਂ ਤੇ। ਗੋਡੇ ਸਾਡੇ ਕੱਟੋ, ਗੋਡੇ ਸਾਡੇ ਕੱਟੋ, ਇੱਟ ਸਿੱਧੀ ਰੱਖੋ। ਸਿੱਖੀ
ਮਹਿਲ ਤੇ ਨਾ ਲਾਇਓ ਕੰਧ ਟੁੱਟੀ, ਸਿੱਖੀ ਮਹਿਲ ਤੇ ਨਾ ਲਾਇਓ ਕੰਧ ਟੁੱਟੀ, ਵੀਰ ਸਿੱਖੀ ਮਹਿਲ ਤੇ ਨਾ ਲਾਇਓ ਕੰਧ ਟੁੱਟੀ, ਮਾਸੂਮ ਜਿੰਦਾ ਨੇ ਭਰੇ ਦਰਬਾਰ ਅੰਦਰ, ਮਾਸੂਮ ਜਿੰਦਾ ਨੇ ਭਰੇ ਦਰਬਾਰ ਅੰਦਰ, ਜ਼ੋਰਾਵਰ ਫਤਿਹ ਗਜਾ ਦਿੱਤੀ, ਜ਼ੋਰਾਵਰ ਫਤਿਹ ਗਜਾ ਦਿੱਤੀ। ਸਾਧ ਸੰਗਤ ਜੀ, ਤੁਹਾਡੇ ਨਾਲ ਵਿਚਾਰ ਕਰਦੇ ਹਾਂ। ਕਈ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਥੋੜ੍ਹੇ ਸੇ ਸਮੇਂ ਵਿੱਚ ਜੋ ਕੁਝ ਮੇਰੇ ਕੋਲ ਲਿਖਣ ਹੋਇਆ ਤੁਹਾਡੇ ਨਾਲ ਸਾਂਝ ਪਾਈ ਹੈ। ਅਤੇ ਇੱਕ ਵਾਰੀ ਫਿਰ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਉੱਜੜ ਜਾਓ, ਅਤੇ ਅਸੀਂ ਦੁਨੀਆ ਵਿੱਚ ਉੱਜੜ ਕੇ ਸਿੱਖੀ ਦੇ ਜਿਹੜੇ ਅਸੂਲ ਨੇ ਉਹਨਾਂ ਨੂੰ ਸਾਰੇ ਪਾਸੇ ਫੈਲਾਉਣਾ ਹੈ। ਅਤੇ ਬਾਣੀ ਹੀ ਕਹਿੰਦੀ ਹੈ, ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸੁਆਹ, ਜਦ ਅੰਤ ਦਾ ਅੱਤ ਹੋ ਜਾਵੇ, ਜਦ ਅੱਤ ਅਤੇ ਜ਼ੁਲਮ ਦੀ ਅੱਤ ਹੋ ਜਾਵੇ ਅਤੇ ਉਹਨੂੰ ਠੱਲ ਪਾਉਣ ਲਈ ਕੁਦਰਤ ਆਪ ਕੋਈ ਨਾ ਕੋਈ ਹੀਲਾ ਵਸੀਲਾ ਬਣਾ ਦਿੰਦੀ ਹੈ। ਅਤੇ ਕੱਲ੍ਹ ਭਾਵੇਂ ਅਸੀਂ ਵੇਖੀਏ ਨਾ ਵੇਖੀਏ, ਸੰਸਾਰ ਵਿੱਚ ਖਾਲਸੇ ਰਾਜ ਦਾ ਨਿਸ਼ਾਨ ਸਾਹਿਬ ਜ਼ਰੂਰ ਚਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਿੱਖ ਇਤਿਹਾਸ ਸਾਡਾ ਪਰਮ ਪੁਰਖ, ਪੂਰਨ ਪੁਰਖ, ਸ਼ਹਿਨਸ਼ਾਹ ਦਾ ਸ਼ਹਿਨਸ਼ਾਹ, ਪਾਤਸ਼ਾਹਾਂ ਦਾ ਪਾਤਸ਼ਾਹ, ਸ਼ਹੀਦ ਪਿਤਾ ਦਾ ਪੁੱਤਰ ਅਤੇ ਸ਼ਹੀਦ ਪੁੱਤਰਾਂ ਦਾ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਜੀਵਨ ਦਾ ਜਿਹੜੇ ਆ ਦਿਨ ਹੈ, ਪਰਿਵਾਰ ਦਾ ਸੰਘਰਸ਼ ਹੈ, ਇਹਦੀ ਸਫ਼ਰ, ਇਹ ਸ਼ਹਾਦਤ, ਦਰਦ ਦੇ ਦਾਸਤਾਨ ਮੇਰੇ ਸਾਥੀਆਂ ਨੇ ਸਾਰਿਆਂ ਨੇ ਰਲ ਕੇ ਉਹਦੇ ਵਿੱਚ ਹਿੱਸਾ ਪਾਇਆ। ਅਸੀਂ ਆਪੋ ਆਪਣੇ ਪਰਮਾਤਮਾ ਦੀ ਬਖਸ਼ੀ ਅਕਲ ਅਨੁਸਾਰ, ਬੁੱਧੀ ਅਨੁਸਾਰ ਸ਼ਰਧਾ ਦੇ ਫੁੱਲ ਭੇਟ ਕੀਤੇ ਆ। ਔਰ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਇਹ ਭਾਈ ਕੁਲਵਿੰਦਰ ਸਿੰਘ ਜੀ, ਮਨਵਿੰਦਰ ਸਿੰਘ ਜੀ, ਇਹ ਸਾਰੇ ਵੀ ਜਿਹੜਾ ਜੱਥਾ ਹੈ, ਇਹਨਾਂ ਨੇ ਹਰ ਤਰੀਕੇ ਨਾਲ, ਹਰ ਤਰ੍ਹਾਂ ਨਾਲ ਸਾਡਾ ਸਹਿਯੋਗ ਦਿੱਤਾ। ਆਪਾਂ ਬਹੁਤ ਲੇਟ ਹੋ ਗਏ, ਸਾਡਾ ਕਵੀ ਦਰਬਾਰ 35-40 ਮਿੰਟ ਦਾ ਹੁੰਦਾ, ਉਸ ਤਰ੍ਹਾਂ ਦਾ ਅੰਦਾਜ਼ਾ, ਪਰ ਅੱਜ 2 ਘੰਟੇ। ਔਰ ਮੈਂ ਧੰਨਵਾਦ ਕਰਦਾ ਸਾਰੀਆਂ ਬੀਬੀਆਂ, ਸਾਰਿਆਂ ਸੰਗਤਾਂ ਦਾ ਵੀ, ਜਿਨ੍ਹਾਂ ਨੇ ਬੈਠ ਕੇ ਇਸ ਸਫ਼ਰ ਸ਼ਹਾਦਤ ਨੂੰ ਸਰਵਣ ਕੀਤਾ। ਸੋ ਜਿਹੜਾ ਸਾਡਾ ਸਿੱਖੀ ਦਾ ਸੰਘਰਸ਼ ਹੈ, ਇਹ ਜਿਹੜੀ ਸਿੱਖੀ ਹੈ, ਇਹ ਜਿਹੜੀ ਦਾਸਤਾਨ ਹੈ, ਇਹ ਸੂਰਬੀਰਾਂ ਦੀ ਦਾਸਤਾਨ ਹੈ, ਇਹ ਯੋਧਿਆਂ ਦੀ ਦਾਸਤਾਨ ਹੈ। ਇਹਨਾਂ ਨੇ, ਇਹ ਯੋਧਿਆਂ ਨੇ, ਇਹਨਾਂ ਨੂੰ ਪਤਾ ਸੀ ਇੱਕ ਤਾਂ ਵਿਪਤਾ ਪੈਂਦੀ ਅਚਾਨਕ, ਜਿਵੇਂ ਸੁਨਾਮੀ ਆ ਗਈ, ਫਲੱਡ ਆ ਗਏ, ਉਹ ਸਡਨਲੀ ਆ, ਅਚਾਨਕ ਹੈ। ਇਹ ਇਹਨਾਂ ਨੂੰ ਪਤਾ ਸੀਗਾ ਵੀ ਅਸੀਂ ਜਿਹੜਾ ਮਾਰਗ ਜਿਹੜਾ ਫੜਿਆ ਨਾ, ਇਹ ਮਾਰਗ ਹੀ ਇਸ ਤਰ੍ਹਾਂ ਦਾ ਹੈ, ਇੱਥੇ ਜਾਨ ਤਲੀ ਦੇ ਉੱਤੇ ਰੱਖਣੀ ਪੈਣੀ ਆ। ਔਰ ਸਾਰਿਆਂ ਨੇ, ਜਿੰਨੇ ਵੀ ਸੂਰਬੀਰ ਯੋਧੇ ਹੋਏ ਹੈ, ਉਹਨਾਂ ਨੇ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਹੈ, ਗੁਰਬਾਣੀ ਦਾ ਆਸਰਾ ਲਿਆ, ਤਾਂ ਕਿ ਅਸੀਂ ਆਉਣ ਵਾਲੀਆਂ ਮੁਸੀਬਤਾਂ ਦਾ ਅਸੀਂ ਟਾਕਰਾ ਕਰ ਸਕੀਏ। ਇਹ ਸੱਚੇ ਪਾਤਸ਼ਾਹ, ਇਹ ਆਪਣੇ ਵੀ ਸਾਰਿਆਂ ਦੇ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ, ਉੱਚੇ ਨੀਵੇਂ ਸਮੇਂ ਕਈ ਤਰ੍ਹਾਂ ਦੇ ਆਉਂਦੇ ਆ, ਇਹ ਆਉਣੇ ਹੀ ਆ, ਜ਼ਿੰਦਗੀ ਦੀ ਇਹ ਪਰਿਭਾਸ਼ਾ ਹੈ, ਡੈਫੀਨੇਸ਼ਨ ਹੈ। ਪਰ ਇਹ ਜਿਹੜੀ ਅਰਦਾਸ ਕਰਦੇ ਆ, ਅਰਦਾਸ ਸਾਡੇ ਨਾਲ, ਉਹਦੇ ਨਾਲ ਲੜਨ ਦੀ ਸਾਡੇ ਵਿੱਚ ਤਾਕਤ ਪੈਦਾ ਹੁੰਦੀ ਹੈ। ਇਸ ਤਰ੍ਹਾਂ ਹੀ ਮੈਂ ਮਹਾਨ ਯੋਧੇ ਸੂਰਬੀਰ ਬਾਬਾ ਮੋਤਾ ਰਾਮ ਜੀ ਦੀ ਗੱਲ ਕਰਨ ਜਾ ਰਿਹਾ। ਬਾਬਾ ਮੋਤਾ ਰਾਮ ਜੀ ਦਾ ਜਨਮ 1677 ਈਸਵੀ ਨੂੰ ਹੁੰਦਾ। ਪਿਤਾ ਉਹਨਾਂ ਦੇ ਹਰਾ ਰਾਮ ਜੀ ਹੈ ਅਤੇ ਮਾਤਾ ਉਹਨਾਂ ਦੀ ਲੱਭੋ ਜੀ ਹੈ। ਜਿਹੜੇ ਪਿਤਾ ਜੀ ਹਰਾ ਰਾਮ ਜੀ ਹੈ, ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਰਧਾਲੂ ਆ। ਉਹ ਨੌਕਰੀ ਕਰਦਾ ਕੋਤਵਾਲ ਦੇ ਵਿੱਚ, ਕੋਤਵਾਲ 'ਚ ਰਸੋਈਏ ਦੀ ਨੌਕਰੀ ਕਰਦਾ ਹੈ, ਔਰ ਸ਼ਰਧਾਲੂ ਆ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਜਿਹੜਾ ਵੀ ਦਸਵੰਧ ਕੱਢਦਾ ਹੈ ਤਾਂ ਉੱਥੇ ਦੇ ਕੇ ਆਉਂਦਾ, ਗੁਰੂ ਘਰ ਨਾਲ ਜੁੜਿਆ ਹੋਇਆ ਹੈ। ਇਹ ਉਸ ਦੀ ਮੌਤ ਹੋ ਜਾਂਦੀ ਆ। ਮੌਤ ਤੋਂ ਬਾਅਦ ਉਹਦੀ ਨੌਕਰੀ ਬਾਬਾ ਮੋਤਾ ਰਾਮ ਜੀ ਨੂੰ ਜੇਲ੍ਹ ਦੇ ਵਿੱਚ ਜਿਹੜੇ ਹਿੰਦੂ ਕੈਦੀ ਹੁੰਦੇ ਸੀ, ਉਹਨਾਂ ਦੀ ਭੋਜਨ ਤਿਆਰ ਕਰਨ ਦੀ ਲੱਗੀ ਸੀ। ਇਹਦਾ ਇੱਕ ਭਰਾ ਸੀ ਪੰਮਾ। ਹੁਣ ਜਿਸ ਦਿਨ ਅਚਾਨਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਾਂ ਆਇਆ,
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਉਸ ਕੋਤਵਾਲ ਵਿੱਚ ਹੈ। ਜਦੋਂ ਡਿਊਟੀ ਮੋਤਾ ਰਾਮ ਜੀ ਦੀ ਆਈ, ਇਹ ਭੋਜਨ ਤਿਆਰ ਕਰਕੇ ਆਮ ਕੈਦੀਆਂ ਵਾਂਗ ਉੱਥੇ ਭੋਜਨ ਲੈ ਕੇ ਗਿਆ। ਇਹਨੇ ਨਮਸਕਾਰ ਕੀਤੀ ਹੈ। ਜਦੋਂ ਇਹਨੇ ਭੋਜਨ ਰੱਖਿਆ ਤੇ ਇਹਨੇ ਦਰਸ਼ਨ ਕੀਤੇ ਮਾਤਾ ਜੀ ਦੇ ਤੇ ਸਾਹਿਬਜ਼ਾਦਿਆਂ ਦੇ। ਮਾਤਾ ਜੀ ਕਹਿੰਦੇ ਵੀ ਇਹ ਕਹਿੰਦਾ ਜੀ ਇਹ ਭੋਜਨ ਤੁਹਾਡੇ ਵਾਸਤੇ ਹੈ, ਮੈਂ ਤਿਆਰ ਕੀਤਾ। ਉਹਦੇ ਰਸੋਈ ਦੇ ਵਿੱਚੋਂ, ਕੋਤਵਾਲ ਦੇ ਵਿੱਚੋਂ, ਮੈਂ ਆਪਦੇ ਹੱਥਾਂ ਨਾਲ ਤਿਆਰ ਕੀਤਾ। ਉਹ ਕਹਿੰਦੇ ਨਹੀਂ, ਅਸੀਂ ਇਸ ਜ਼ਾਲਮ ਪਾਪੀ ਦੇ ਲੰਗਰ ਦੇ ਵਿੱਚੋਂ ਅਸੀਂ ਕੋਈ ਵੀ ਇੱਕ ਵੀ ਬੁਰਕੀ ਨਾ ਮੈਂ ਆਪਦੇ ਮੂੰਹ ਵਿੱਚ ਪਾਵਾਂਗੀ, ਨਾ ਮੈਂ ਆਪਦੇ ਪੋਤਿਆਂ ਦੇ ਸਾਹਿਬਜ਼ਾਦਿਆਂ ਦੇ ਮੂੰਹ ਵਿੱਚ ਪਾਵਾਂਗੀ, ਸਾਨੂੰ ਭੁੱਖੇ ਰਹਿਣਾ ਮਨਜ਼ੂਰ ਹੈ। ਇਹ ਸਾਰੀ ਵਾਰਦਾਤ ਆ ਕੇ ਮੋਤਾ ਰਾਮ ਮਹਿਰਾ ਜੀ ਆਪਦੇ ਪਰਿਵਾਰ ਵਿੱਚ ਦੱਸਦੇ ਹੈ। ਉਹ ਸੁਣ ਕੇ ਉਹਨਾਂ ਦੀ ਮਾਤਾ ਜੀ ਲੱਭੋ ਜੀ ਤੇ ਭੋਈ ਜੀ ਜਿਹੜੀ ਪਤਨੀ ਹੈ, ਉਹ ਦੋਨਾਂ ਦੇ ਉਦਾਸ ਹੋ ਗਈਆਂ, ਦੋਨਾਂ ਦੇ ਮਨ ਹੌਲੇ ਹੋ ਗਏ, ਰੋਣ ਲੱਗ ਗਈਆਂ ਇਹ ਸਾਰੀ ਬਾਤ ਸੁਣ ਕੇ। ਤਾਂ ਮਾਤਾ ਨੇ ਬੇਨਤੀ ਕੀਤੀ ਮੋਤੀ ਰਾਮ ਜੀ ਨੂੰ, ਮੋਤੀ ਰਾਮ ਬੈਠ, ਘਬਰਾ ਨਾ, ਮੈਂ ਆਪਦੇ ਹੱਥੀਂ ਤਿਆਰ ਕਰਦੀ ਭੋਜਨ, ਅਸੀਂ ਦੁੱਧ ਤਿਆਰ ਕਰਕੇ ਤੈਨੂੰ ਦਿੰਦੇ ਆ, ਤੂੰ ਆਪਣੇ ਘਰ ਦਾ ਉਹਨਾਂ ਨੂੰ ਪਿਲਾ। ਉਹ ਜਦੋਂ ਤਿਆਰ ਕਰਕੇ ਦਿੰਦੇ ਆ ਤੇ ਜਿਹੜੀ ਭੋਈ ਜੀ ਆ ਮੋਤੀ ਰਾਮ ਮਹਿਰਾ ਜੀ ਦੀ ਪਤਨੀ ਆ, ਉਹਨਾਂ ਨੂੰ ਕਹਿੰਦੀ ਰੁਕੋ। ਉਹ ਕਹਿੰਦੇ ਕੀ ਗੱਲ ਆ? ਉਹ ਕਹਿੰਦੇ ਵੀ ਤੈਨੂੰ ਇਸ ਤਰ੍ਹਾਂ ਜਾਣ ਨਹੀਂ ਦੇਣਾ, ਉੱਥੇ ਰਿਸ਼ਵਤ ਦੇਣੀ ਪੈਂਦੀ ਆ, ਕਿਉਂਕਿ ਦੁਬਾਰਾ ਜਾ ਰਿਹਾ ਤੂੰ, ਇਸ ਕਰਕੇ ਤੇਰਾ ਪਹੁੰਚਣਾ ਜ਼ਰੂਰੀ ਹੈ। ਤਾਂ ਉਹਨੇ ਜੋ ਵੀ ਉਹਦੇ ਕੋਲ ਗਹਿਣੇ ਸੀ, ਜੋ ਵੀ ਟੂਮਾ ਸੀ ਉਸ ਸਮੇਂ ਲਾ ਕੇ ਉਹਨੂੰ ਪੈਸਾ ਧੇਲਾ ਸਾਰਾ ਫੜਾਤਾ ਵੀ ਇਹ ਦੇ ਕੇ ਤੂੰ ਇਹ ਸਫ਼ਰ ਜਿਹੜਾ ਹੈ, ਇਹ ਭੋਜਨ ਹੈ, ਇਹ ਤੂੰ ਸੇਵਾ ਕਰਨੀ ਹੈ। ਹੁਣ ਉਹ ਸਾਰਾ ਕੁਝ ਲਿਜਾ ਕੇ ਜਿਵੇਂ ਵੀ ਰਿਸ਼ਵਤ ਦਿੱਤੀ, ਜੋ ਦਿੱਤਾ ਸਭ ਕੁਝ ਕਰਕੇ ਅਖੀਰੋਂ ਮਾਤਾ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ, ਮਾਤਾ ਜੀ ਇਹ ਮੈਂ ਭੋਜਨ ਆਪਦੇ ਘਰੋਂ ਤਿਆਰ ਕਰਕੇ ਲਿਆ, ਸ਼ਰਧਾ ਨਾਲ ਤਿਆਰ ਕੀਤਾ, ਇਹਨੂੰ ਪ੍ਰਵਾਨ ਕਰੋ। ਮਾਤਾ ਜੀ ਨੇ ਬੱਚਿਆਂ ਨੂੰ ਛਕਾਇਆ, ਇਹਨੂੰ ਭੋਜਨ ਛਕਾਇਆ। ਉਹ ਨਮਸਕਾਰ ਕਰਕੇ ਆਪਦੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝ ਕੇ ਘਰ ਆ ਜਾਂਦਾ। ਸ਼ਹੀਦੀ ਹੋ ਜਾਂਦੀ ਹੈ, ਬੱਚੇ ਨੀਹਾਂ ਵਿੱਚ ਚਣੇ ਜਾਂਦੇ ਆ, ਮਾਤਾ ਗੁਜਰੀ ਜੀ ਦਾ ਸੰਸਕਾਰ ਹੁੰਦਾ। ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਬਾਦਸ਼ਾਹ ਨੂੰ ਖਬਰ ਮਿਲ ਜਾਂਦੀ ਹੈ ਵੀ ਮੋਤਾ ਰਾਮ ਜੀ ਦੇ ਪਰਿਵਾਰ ਨੇ, ਮੋਤਾ ਰਾਮ ਜੀ ਨੇ ਗੁਰੂ ਸੱਚੇ ਪਾਤਸ਼ਾਹ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਭੋਜਨ ਛਕਾਇਆ, ਜੋ ਇਸ ਧਰਮ ਦੇ, ਇਸ ਕਾਨੂੰਨ ਦੇ ਉਲਟ ਹੈ। ਇਹ ਬਾਗੀ ਹੈ, ਇਹਨੂੰ ਪਕੜ ਕੇ ਲਿਆਓ ਔਰ ਇਹਨੂੰ ਕੋਹਲੂ ਵਿੱਚ ਪੀੜਿਆ ਜਾਵੇ। ਹੁਣ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ। ਉਸ ਜਗ੍ਹਾ ਪਿੰਡ ਦੇ ਇੱਕ ਪਾਸੇ ਜਿੱਥੇ ਕੋਹਲੂ ਸੀਗਾ ਲੱਗਿਆ ਹੋਇਆ, ਉੱਥੇ ਉਹਨਾਂ ਨੂੰ ਪਰਿਵਾਰ ਨੂੰ ਖੜਾ ਕਰ ਦਿੱਤਾ। ਸਿਪਾਹੀ ਖੜੇ ਆ, ਬਾਦਸ਼ਾਹ ਖੜਾ, ਔਰ ਆਸੇ ਪਾਸੇ ਆਵਾਮ ਜਿਹੜਾ ਉਹ ਵੇਖ ਰਿਹਾ। ਉਹਨੂੰ ਪਹਿਲਾਂ ਪੁੱਛਿਆ ਜਾਂਦਾ ਹੈ ਮੋਤਾ ਰਾਮ ਜੀ ਨੂੰ, ਮੋਤਾ ਰਾਮ ਜੀ ਤੁਸੀਂ ਵੇਖੋ ਇਹ ਤੁਹਾਡਾ ਬੱਚਾ ਹੈ, ਇਹ 7 ਸਾਲ ਦਾ ਹੈ, ਇਹਦਾ ਨਾਮ ਕੀ ਆ? ਉਹ ਕਹਿੰਦਾ ਜੀ ਨਾਰਾਇਣ। ਉਹ ਕਹਿੰਦਾ ਅਗਰ ਤੁਸੀਂ ਕਬੂਲ ਕਰ ਦਿਓ ਵੀ ਮੈਂ ਇਹ ਗੁਸਤਾਖੀ ਕੀਤੀ ਆ, ਮੈਂ ਬਾਗੀ ਹਾਂ, ਮੈਨੂੰ ਸਜ਼ਾ ਮਿਲਣੀ ਚਾਹੀਦੀ ਤੇ ਤੈਨੂੰ ਅਸੀਂ ਛੱਡ ਦਿਆਂਗੇ, ਅਦਰਵਾਈਜ਼ ਜੇ ਤੂੰ ਨਹੀਂ ਮੰਨਦਾ ਤਾਂ ਤੈਨੂੰ ਕੋਹਲੂ ਵਿੱਚ ਪੀੜਿਆ ਜਾਵੇਗਾ, ਤੇਰੇ ਬੱਚੇ ਨੂੰ। ਹੁਣ ਤੁਸੀਂ ਆਪਾਂ ਸਾਰੇ ਬੱਚਿਆਂ ਵਾਲੇ ਆ, ਉਹ ਕੈਸਾ ਸਮਾਂ ਹੋਊਗਾ ਜਦੋਂ ਮੋਤਾ ਰਾਮ ਜੀ ਮਹਿਰਾ, ਇਹ ਬਹੁਤ ਬਹਾਦਰੀ ਦਾ ਕੰਮ ਹੈ, ਇਹ ਆਮ ਬੰਦਾ ਇਸ ਤਰ੍ਹਾਂ ਨਹੀਂ ਕਰ ਸਕਦਾ, ਇਹਦੇ ਵਾਸਤੇ ਵੀ ਸੂਰਬੀਰਤਾ ਚਾਹੀਦੀ, ਅੰਦਰ ਜੋਸ਼ ਚਾਹੀਦਾ। ਤਾਂ ਇਹਨਾਂ ਨੇ ਕਹੀ ਮੈਂ ਜੋ ਕੀਤਾ ਹੈ, ਮੈਂ ਸੱਚ ਤੇ ਪਹਿਰਾ ਦਿੱਤਾ ਹੈ। ਮਾਤਾ ਗੁਜਰੀ ਜੀ ਜਿਹੜੇ ਭੁੱਖੇ ਸੀ, ਉਹਨਾਂ ਦੇ ਘਰੋਂ ਤਾਂ ਰੋਜ਼ ਕਿੰਨੇ ਪ੍ਰਸ਼ਾਦਾ ਛਕ ਕੇ ਜਾਂਦੇ, ਉਹ ਕਿੰਨੇ ਦਾਨੀ ਲੋਕ ਆ, ਉਹ ਭੁੱਖੇ ਬੈਠੇ ਹੀ ਮੈਂ ਜੋ ਕੀਤਾ ਮੈਂ ਸਹੀ ਕੀਤਾ, ਮੈਨੂੰ ਤੁਹਾਡੀ ਹਰ ਜਿਹੜੀ ਸਜ਼ਾ ਹੈ ਮੈਨੂੰ ਪ੍ਰਵਾਨ ਹੈ। ਤਾਂ ਉਹਨਾਂ ਨੇ ਛੋਟੇ ਨਰੈਣ ਬੱਚੇ ਨੂੰ 7 ਸਾਲਾਂ ਦੇ ਉਹਨੂੰ ਸਾਰਿਆਂ ਸਾਹਮਣੇ ਕੋਹਲੂ ਵਿੱਚ ਪੀੜ ਦਿੱਤਾ। ਉਸ ਤੋਂ ਬਾਅਦ ਫਿਰ ਪੁੱਛਿਆ ਗਿਆ ਇਹ ਤੇਰੀ ਮਾਤਾ ਜੀ ਹੈ? ਉਹ ਕਹਿੰਦਾ ਜੀ ਹਾਂ ਜੀ ਮੇਰੀ ਮਾਤਾ ਜੀ ਹੈ। ਕਿੰਨੀ ਉਮਰ ਹੈ? 70 ਸਾਲ। ਉਹ ਕਹਿੰਦੇ ਹੁਣ ਪ੍ਰਵਾਨ ਕਰ ਲਾ, ਨਹੀਂ ਤੈਨੂੰ ਅਸੀਂ ਅੱਜ ਵੀ ਛੱਡ ਸਕਦੇ। ਉਹ ਕਹਿੰਦਾ ਮੈਂ ਜੋ ਕੀਤਾ ਹੈ ਮੈਨੂੰ ਹਰ ਸਜ਼ਾ ਮਨਜ਼ੂਰ ਹੈ। ਵੇਖੋ ਕਿੱਡਾ ਵੱਡਾ ਜਿਗਰ ਹੈ। ਉਸ ਤੋਂ ਬਾਅਦ ਮਾਤਾ ਜੀ ਨੂੰ ਕੋਹਲੂ ਵਿੱਚ ਪੀੜਿਆ ਗਿਆ। ਫਿਰ ਮਾਤਾ ਭੋਈ ਜੀ ਨੂੰ ਜਿਹੜੀ ਪਤਨੀ ਸੀ ਮੋਤਾ ਰਾਮ ਜੀ ਦੀ, ਉਹਨਾਂ ਨੂੰ ਕੋਹਲੂ ਵਿੱਚ ਪੀੜਿਆ ਗਿਆ। ਉਸ ਤੋਂ ਬਾਅਦ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਮੋਤਾ ਰਾਮ ਜੀ ਸਵੀਕਾਰ ਕਰ ਲੈਂਦੇ। ਜਿਨ੍ਹਾਂ ਨੇ ਸਾਡੀ ਖਾਤਰ ਔਰ ਸੱਚ ਦੀ ਖਾਤਰ ਪਹਿਰਾ ਦਿੰਦਿਆਂ ਆਪਦੀ ਜਾਨ ਤੇ ਪਰਿਵਾਰ ਨਿਸ਼ਾਵਰ ਕਰ ਦਿੱਤੇ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਛੋਟੇ ਵੱਡੇ
ਪੀੜ ਦਿੱਤੇ ਕੋਲੂਆਂ ਦੀਆਂ ਕਹਾਣੀਆਂ 'ਚ ਭਾਈ ਮਹਿਰਾ ਇਹ ਰਿਸ਼ਤਾ ਗੁਰੂ ਨਾਲ ਪਾਇਆ ਏ। ਸੋ ਜਿਸ ਦੀ ਚੀਮਾ ਸਾਹਿਬ ਗੱਲ ਕਰਕੇ ਗਏ ਨੇ, ਨਾ ਸਾਜੋਂ ਨਾ ਬਾਜੋਂ ਨਾ ਫੌਜੋਂ ਅਰਸ਼। ਸੋ ਆਓ ਉਸ ਬਲੀ ਦਾ, ਉਸ ਯੋਧੇ ਦੀ ਆਪਾਂ ਫਤਿਹ ਸਾਂਝੇ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ, ਜੋ ਕਵੀ ਸੱਜਣ ਇਹਨਾਂ ਨੇ ਉਪਰਾਲਾ ਕੀਤਾ ਹੈ, ਔਰ ਉਹ ਪਰਿਵਾਰ ਜੋ ਆਪ ਜੀ ਦੀ ਲੰਗਰ ਵਿੱਚ ਸੇਵਾ ਕਰ ਰਹੇ ਨੇ। ਦੇਖੋ, ਸਿੱਖੀ ਜਿੱਦਾਂ ਚੀਮਾ ਜੀ ਨੇ ਇਹ ਗੱਲ ਦੱਸੀ ਹੈ ਨਾ, ਸਾਨੂੰ ਕਿਸੇ ਹੋਰ ਚੀਜ਼ ਦੀ ਭੁੱਖ ਹੈ, ਪਰ ਜਿਹੜੀ ਸਿੱਖੀ ਦਾ ਬੇਸ ਹੈ ਨਾ, ਇਹ ਨਾ ਤਾਂ ਛਲਾਂ ਕਪਟਾਂ ਤੇ ਨਾ ਡਰ ਤੇ, ਇਹ ਕਮਿਟਮੈਂਟ ਤੇ ਹੈ ਕਿ ਜੇ ਮੈਨੂੰ ਮਾਲਕ ਨੇ ਇਸ ਦੁਨੀਆ 'ਚ ਭੇਜਿਆ, ਉਹ ਕਿਸੇ ਕੰਮ ਵਾਸਤੇ ਭੇਜਿਆ। ਸੋ ਮੈਂ ਆਪਣੇ ਜਿਹੜੇ ਇਹ ਕੁਛ ਬੰਦ ਲਿਖੇ ਨੇ, ਕਿਉਂਕਿ ਜੋ ਚਾਰ ਚੁਫੇਰਾ ਅਸੀਂ ਦੇਖੀਏ, ਮਾਫ ਕਰਨਾ, ਸਾਡੇ ਗੁਰੂ ਘਰਾਂ ਦੇ ਵਿੱਚ ਵੀ ਖਿੱਚੋ ਤਾਣ ਹੈ। ਉਸ ਮੈਨੂੰ ਇਹ ਕਈ ਵਾਰੀ ਮਹਿਸੂਸ ਹੁੰਦਾ ਕਿ ਜਾਂ ਤਾਂ ਸਾਨੂੰ ਉਹਨਾਂ ਦੀਆਂ ਸ਼ਹੀਦੀਆਂ ਯਾਦ ਨਹੀਂ, ਜਾਂ ਅਸੀਂ ਉਸ ਦੁੱਖ ਨੂੰ ਮਹਿਸੂਸ ਨਹੀਂ ਕੀਤਾ। ਸੋ ਤਾਂ ਕਰਕੇ ਹੀ ਥੋੜ੍ਹਾ ਜਿਹਾ ਇਹ ਹਲਚਲ ਮੱਚੀ ਹੋਈ ਹੈ। ਸੋ ਅਖੀਰ 'ਤੇ ਹੈ ਕਿ ਸਵੇ ਨਿਰੀਖਣ, ਤੁਸੀਂ ਆਪਣੇ ਆਪ ਨੂੰ, ਇਹ ਨਾ ਤਾਂ ਮਾਂ ਦਾ, ਨਾ ਬਾਪ ਦਾ, ਨਾ ਬੱਚਿਆਂ ਦਾ, ਤੇ ਨਾ ਹੀ ਘਰ ਪਰਿਵਾਰ ਦਾ ਹੈ। ਆਪੋ ਆਪਣਾ ਨਿਰੀਖਣ ਤੁਸੀਂ ਦੇਖਣਾ ਕਿ ਅਸੀਂ ਕਿੱਥੇ ਖੜੇ ਹਾਂ। ਮੇਰੀ ਇਸ ਬੇਸ 'ਤੇ ਜਿਹੜੇ ਕੁਝ ਸ਼ਬਦ ਨੇ ਮੈਂ ਆਪ ਜੀ ਦੇ ਨਾਲ ਸਾਂਝੇ ਕਰਾਂਗਾ। ਆਨੰਦਪੁਰ ਚਮਕੌਰ ਤੇ ਸਰਹੰਦ ਸਦੀਆਂ ਤੋਂ ਇਹ ਚੱਲਦਾ ਆਇਆ। ਕਦੇ ਪਾਉਣ ਤੇ ਕਦੇ ਲਾਉਣ ਤੇ ਮੱਥਾ ਏ ਜ਼ਾਲਮ ਨਾਲ ਲਾਇਆ। ਫਰੇਬੀ ਜਨੇਊ ਨਹੀਂ ਪਾਇਆ। ਤੇ ਜੇ ਉਹਨਾਂ ਦੇ ਧਰਮ ਦੇ ਮੁਤਾਬਕ ਇਹ ਇੱਕ ਧਰਮ ਦੇ ਐਂਟਰ ਹੋਣ ਦੀ ਪਹਿਲੀ ਹੈ ਪੌੜੀ ਹੈ, ਤੇ ਲਾਉਣ ਵੀ ਨਹੀਂ ਦਿੱਤਾ। ਕਦੇ ਪਾਉਣ ਤੇ ਕਦੇ ਲਾਉਣ ਤੇ ਮੱਥਾ ਏ ਜ਼ੁਲਮ ਨਾਲ ਆਇਆ। ਕੀ ਖਿਆਲ ਹੈ, ਕੀ ਮੰਜ਼ਲ ਹੈ ਉਸ ਬਾਜਾਂ ਵਾਲੇ ਮਾਹੀ ਦੀ? ਕੀ ਇਸ ਸੋਚ ਨੂੰ ਅਸੀਂ ਪੱਲੇ ਰੱਖਾਂਗੇ? ਵਿਦਾਵਾ ਲਿਖਿਆ, ਵਿਦਾਵਾ ਸਾਂਭਿਆ, ਸੁਣਿਆ ਤੇ ਸੁਣਾਇਆ, ਪਰ ਸੋਲ ਆਪਣੇ ਅੰਦਰ ਲਿਖੇ ਵਿਦਾਵੇ ਕਦੋਂ ਪੜਵਾ ਕੇ ਸੁੱਟਾਂਗੇ? ਗੰਗੂ ਅਸੀਂ ਬਹੁਤ ਘੜੀਸਿਆ, ਬਹੁਤ ਕੁੱਟਿਆ, ਬਹੁਤ ਲਾਹਨਤਾਂ ਪਾਈਆਂ, ਕੱਖ ਨਾ ਰਹੇ। ਕੰਧੇ ਸਰਹੰਦ ਦੀ ਇਹ ਚਰਚਾ ਕੀਤੀ, ਪਰ ਕੀ ਕੀਤਾ ਹੈ ਦਾਦੀ ਤੇ ਲਾਲਾਂ ਦੇ ਨਾਲ? ਕੀ ਆਪਣੀ ਗੰਗੀ ਨੂੰ ਕਦੇ ਪੁੱਛਾਂਗੇ? ਗੰਗੂ ਦਾ ਨਾਮ ਡੈਫੀਨੇਸ਼ਨ ਹੈ। ਕੀ ਕਦੇ ਆਪਣੀ ਗੰਗੀ ਨੂੰ ਪੁੱਛਾਂਗੇ? ਚੌਧਰ ਗੁੱਸਾ ਸਾਡਾ ਵਾਂਗ ਮਜਾਇਲਾਂ, ਲੋਭ ਸਾਡੇ ਤੇ ਪਾਵੇ ਪਹਿਲਾਂ, ਇਮਾਨਦਾਰੀ ਸਾਡੇ ਤੇ ਰਿਐਕਸ਼ਨ ਕਰਦੀ, ਬੇਈਮਾਨੀ ਪਈ ਪਾਣੀ ਭਰਦੀ, ਧੋਖੇ ਦੇ ਅਸੀਂ ਝੋਲੇ ਭਰ ਕੇ ਵਿੱਚ ਸਮਾਜ ਦੇ ਸੁੱਟਾਂਗੇ।
ਕਦੇ ਤਿੱਖੀਆਂ ਕਦੇ ਗੋਲ, ਤੇ ਦਮਾਲੇ ਤੇ ਵੀ ਚੰਦ ਤੋੜਾ ਲਾ ਕੇ ਲੁੱਟਾਂਗੇ। ਤੁਸੀਂ ਦੇਖ ਰਹੇ ਹੋ ਆ ਜੋ ਕੁਛ ਹੋ ਰਿਹਾ। ਕੀ ਖਿਆਲ ਹੈ, ਕੀ ਮੰਜ਼ਿਲ ਹੈ, ਇਹ ਕਿਹੜਾ ਡੂੰਘਾ ਨੁਕਤਾ ਏ ਉਸ ਬਾਜਾਂ ਵਾਲੇ ਮਾਹੀ ਦਾ, ਕੀ ਉਹ ਸੋਚ ਨੂੰ ਪੱਲੇ ਰੱਖਾਂਗੇ। ਕਿਸੇ ਨੂੰ ਫਖਰ ਹੈ, ਕੋਈ ਸੋਗ 'ਚ, ਕਿਸੇ ਨੂੰ ਚਾਅ ਜਿਹਾ ਚੜ੍ਹਿਆ ਹੈ ਮੈਦਾਨੇ ਜੰਗ ਜਾਣ ਦਾ, ਤੇ ਕੋਈ ਜ਼ਿੰਮੇਵਾਰੀ ਨਿਭਾਈ ਜਾਵੇ, ਕੋਈ ਜ਼ਿੰਮੇਵਾਰੀ ਨਿਭਾਈ ਜਾਵੇ ਸਰਾਣਾ ਲਾ ਕੇ ਇੱਟਾਂ ਤੇ। ਲਾਨਤ ਹੈ ਉਸ ਸਿਆਸਤ ਤੇ ਕੋਈ ਮਾਤਮ ਦਾ ਬਿਗਲ ਵਜਾਈ ਜਾਵੇ ਸਿੱਖਾਂ ਤੇ, ਜਿਹੜਾ ਹੁਣੇ ਬਿਆਨ ਆਇਆ ਸੀ। ਕੀ ਖਿਆਲ ਹੈ, ਕੀ ਮੰਜ਼ਿਲ ਹੈ ਉਸ ਬਾਜਾਂ ਵਾਲੇ ਮਾਹੀ ਦੀ, ਉਹ ਸੱਚ ਨੂੰ ਪੱਲੇ ਰੱਖਾਂਗੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ, ਬਹੁਤ ਗਲਤੀਆਂ ਮੈਂ ਇਹ ਕਿਉਂ ਆਪਣੇ ਭਾਵ ਪ੍ਰਗਟ ਕੀਤੇ ਨੇ ਗੁਰਸਿੱਖੋ। ਦੇਖੋ ਐਡਾ ਵੱਡਾ ਖਜ਼ਾਨਾ ਹੈ, ਮੈਂ ਆਪਣੇ ਤੇ ਲਾ ਕੇ ਕਹਿਣਾ 50 ਸਾਲ ਹੋ ਗਏ ਸੁਣਦਿਆਂ ਨੂੰ ਕਿ ਅਸੀਂ ਇੰਡੀਵਿਜੂਅਲ ਤੌਰ ਤੇ ਤੁਰਨ ਦੀ ਕੋਸ਼ਿਸ਼ ਕੀਤੀ ਹੈ, ਵਰਨਾ ਗੁਰੂ ਸਾਹਿਬ ਠੀਕ ਹੈ ਸਤਿਕਾਰ ਵਜੋਂ ਮੱਥਾ ਟੇਕਣਾ ਹੈ, ਪਰ ਇਹਦਾ ਸਿਧਾਂਤ ਕੁਛ ਹੋਰ ਹੈ ਜਿਹੜਾ ਅੱਜ ਸਾਨੂੰ ਜਾਣਨ ਦੀ ਲੋੜ ਹੈ ਜੀ। ਆਓ ਉਹਨਾਂ ਸ਼ਹੀਦਾਂ ਮਰਜੀਵੜਿਆਂ ਤੇ ਆਪਾਂ ਇਸ ਜਾਤ 'ਚ ਇਕੱਠੇ ਹੋਈਆਂ ਗਲਤੀਆਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਕੰਮ ਦੀਆਂ ਗੱਲਾਂ ਹੈਗੀਆਂ ਨੇ। ਜੇ ਅਸੀਂ ਇੱਥੇ ਅੱਜ ਬੈਠੇ ਹਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਤੇ ਆਪਣੀ ਸਿੱਖੀ ਕਰਕੇ। ਸਾਡੀ ਜੜ ਸਾਡੀ ਸਿੱਖੀ ਹੈ। ਜੜ੍ਹਾਂ ਬਾਰੇ ਮੌਲਾਨਾ ਜਲਾਲਉਦੀਨ ਰੂਮੀ ਜੀ ਨੇ ਲਿਖਿਆ ਹੈ, ਜਿਹੜਾ ਇੱਥੇ ਕਾਫੀ ਢੁਕਦਾ ਆਪਣੇ ਤੇ। ਜਾਵੇਂਗਾ ਦੂਰ ਜਦੋਂ ਆਪਣੀਆਂ ਜੜ੍ਹਾਂ ਤੋਂ, ਜਾਵੇਂਗਾ ਦੂਰ ਜਦੋਂ ਆਪਣੀਆਂ ਜੜ੍ਹਾਂ ਤੋਂ, ਤਾਂ ਮਾਰੇਗਾ ਆਵਾਜ਼ਾਂ ਆਪਣੀਆਂ ਜੜ੍ਹਾਂ ਨੂੰ। ਤੇਰੀ ਆਵਾਜ਼ ਦਾ ਜੇ ਹੁੰਗਾਰਾ ਮਿਲੇਗਾ ਕਿਤੋਂ ਆਖਰ, ਤਾਂ ਮਿਲੇਗਾ ਤੇਰੀਆਂ ਜੜ੍ਹਾਂ। ਮੁੜ ਕੇ ਜੇ ਜਿਹਨੂੰ ਹਾਕਾਂ ਮਾਰੀਆਂ ਨੇ ਤੇ ਆਵਾਜ਼ ਉੱਥੋਂ ਹੀ ਆਉਣੀ ਹੈ। ਸੋ ਸਾਨੂੰ ਆਪਦੇ ਇਹਨਾਂ ਨਾਲ ਜੁੜੇ ਰਹਿਣਾ ਚਾਹੀਦਾ, ਮਾੜਾ ਮੋਟਾ ਪਰੇ ਨਹੀਂ ਹੋਣਾ ਚਾਹੀਦਾ। ਇਹਨਾਂ ਤੋਂ ਬਿਨਾਂ ਅਸੀਂ ਕਾਸੇ ਜੋਗੇ ਨਹੀਂ। ਸੋ ਹੁਣ ਸਾਡੇ ਅਗਲੇ ਬੁਲਾਰੇ ਨੇ ਕਾਕਾ ਭਗੀਰਥ ਸਿੰਘ ਜੀ, ਇਹਨਾਂ ਤੋਂ ਬਾਅਦ ਸਿਮਰਨ ਸਿੰਘ ਜੀ ਤਿਆਰ ਹਨ। ਵਾਹਿਗੁਰੂ। ਕੋਲ ਉਸ ਥਾਂ ਤੇ ਆ ਕੇ ਟਹਿਕਦੀ ਏ, ਤੇ ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ, ਉੱਥੇ ਰੁੱਤ ਬਸੰਤ ਦੀ ਮਹਿਕਦੀ ਏ, ਜਿੱਥੇ ਡੁੱਲਾ ਸ਼ਹੀਦਾਂ ਦਾ ਖੂਨ ਹੋਵੇ। ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ, ਉਹ ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ। ਅਸੀਂ ਜਾਣਦੇ ਕਿਵੇਂ ਕੁਰਬਾਨ ਹੋਣਾ ਆਪਣੀ ਕੌਮ ਦੀ ਹਰ ਇੱਕ ਮੰਗ ਉੱਤੇ। ਆਓ ਸਭ ਤੋਂ ਪਹਿਲਾਂ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਵੱਜ ਕੇ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਛੱਡਣ ਲੱਗੇ ਜਦ ਗੁਰੂ ਅਨੰਦਪੁਰ ਨੂੰ, ਕੀ ਦਿਲ ਵਿੱਚ ਧਾਰੀਆਂ ਕੀ ਦੱਸਾਂ। ਤੇਰੇ ਸੋਹਲ ਪਰਿਵਾਰ ਨੇ ਕਹਿਰ ਦੀਆਂ ਰਾਤਾਂ ਕਿਵੇਂ ਗੁਜ਼ਾਰੀਆਂ ਕੀ ਦੱਸਾਂ। ਦੁਸ਼ਟਾਂ ਜ਼ਾਲਮਾਂ ਨੇ ਉਹਦੇ ਪੁੱਤਰਾਂ ਤੇ ਕੰਧਾਂ ਕਿੰਜ ਉਸਾਰੀਆਂ ਕੀ ਦੱਸਾਂ। ਤੋਰਨ ਜੰਗ ਲਈ ਜਦੋਂ ਉਸ ਲਾਲ ਸੱਦੇ ਵਾਜਾਂ ਕਿਸ ਤਰ੍ਹਾਂ ਮਾਰੀਆਂ ਕੀ ਦੱਸਾਂ।
ਜਿੰਦਾ ਉਸ ਦੀਆਂ ਕਿਸ ਤਰ੍ਹਾਂ ਜਿੰਦ ਦਿੱਤੀ, ਸਾਨੀ ਕੋਈ ਕਿਆਸ ਵਿੱਚ ਨਹੀਂ ਆਇਆ। ਅੱਗੋਂ ਹੋਰ ਜਹਾਨ ਵਿੱਚ ਜੰਮਣਾ ਨਹੀਂ, ਪਿੱਛੇ ਕਿਸੇ ਇਤਿਹਾਸ ਵਿੱਚ ਨਹੀਂ ਆਇਆ। ਆਓ ਤੱਕੀਏ ਨਕਸ਼ਾ ਸ਼੍ਰੀ ਚਮਕੌਰ ਸਾਹਿਬ ਜੀ ਦੀ ਜੰਗ ਦਾ ਹਾਲ, ਜਿੱਥੇ ਭਾਈ ਦਇਆ ਸਿੰਘ ਜੀ ਤੇ ਦਸ਼ਮੇਸ਼ ਪਿਤਾ ਜੋ ਵਰਤਾਲਾਪ ਕਰਦੇ ਨੇ, ਉਸ ਨੂੰ ਜਿਵੇਂ ਕਵੀ ਅਵਤਾਰ ਸਿੰਘ ਤਾਰੀ ਜੀ ਦੀ ਲਿਖਤ ਨੇ ਲਿਖਿਆ, ਉਸ ਨੂੰ ਪਿਆਰ ਸਤਿਕਾਰ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਬੱਦਲਾਂ ਚੋਂ ਬਿਜਲੀ ਚਮਕੇ ਸੀਗੀ ਮਾਰਦੀ, ਬੱਦਲਾਂ ਚੋਂ ਬਿਜਲੀ ਚਮਕੇ ਸੀਗੀ ਮਾਰਦੀ, ਹੋਈ ਰੋਸ਼ਨਾਈ ਜਾਂ ਸੁਨਹਿਰੀ ਜਈ ਤਾਰ ਦੀ। ਦਇਆ ਸਿੰਘ ਵੱਲੇ ਨਿਗਾਹ ਗਈ ਜ਼ਿਆਦਾ ਤਾਰ ਦੀ, ਉਹ ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ। ਦਇਆ ਸਿੰਘ ਵੱਲੇ ਨਿਗਾਹ ਗਈ ਜ਼ਿਆਦਾ ਤਾਰ ਦੀ, ਉਹ ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ। ਮੌਤ ਦੇ ਨਸ਼ੇ 'ਚ ਉਥੇ ਜ਼ਿੰਦਗੀ ਸੀ ਝੂਮਦੀ, ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਾਸੂਮ ਦੀ। ਉਹ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜਾਂ ਵਾਲਿਆ, ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ। ਇਹ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ, ਦਾਤਾ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ। ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ, ਹਾਏ ਪੁੱਤਰਾਂ ਦੀ ਪੀੜ ਤਾਂ ਪਖੇਰੂ ਵੀ ਨਹੀਂ ਚੱਲਦੇ। ਜੀ ਚਾਹੁੰਦਾ ਇੱਥੇ ਮੈਂ ਕੁਝ ਪਿਆਰ ਵਰਤਾ ਦਿਆਂ, ਨਿਭਾਈ ਦੀ ਅਖੀਰ ਵਾਲੀ ਉਹ ਰਸਮ ਨਿਭਾ ਦਿਆਂ। ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆਂ, ਦਾਤਾ ਅੱਧੀ ਅੱਧੀ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ। ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ, ਪਰ ਕਫਨੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ। ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ, ਪਰ ਕਫਨੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ। ਗੁਰੂ ਜੀ ਬੋਲਦੇ ਹਨ, ਬੋਲੇ ਦਸ਼ਮੇਸ਼ ਪਿਤਾ ਮੁਖੋਂ ਲਲਕਾਰ ਕੇ, ਲੈਣਾ ਕੀ ਤੂੰ ਸਿੰਘਾਂ ਮੇਰੇ ਪੁੱਤਾਂ ਨੂੰ ਪਿਆਰ ਕੇ। ਵੇਖਣਾ ਮੈਦਾਨ ਵਿੱਚ ਤੂੰ ਜਰਾ ਨਿਗਾਹ ਮਾਰ ਕੇ, ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨਾਂ ਵਾਰ ਕੇ। ਇਹ ਖਾਲਸੇ ਨੂੰ ਛੱਡ ਮੈਂ ਪਿਆਰ ਪੁੱਤਾਂ ਦਾ ਜਿੱਤਾ ਦਿਆਂ, ਉਹਦਿਆਂ ਸਿੰਘਾਂ ਸਿੱਖੀ 'ਚ ਵਖੇਵਾਂ ਕਿੱਦਾਂ ਪਾ ਦਿਆਂ। ਔਖ ਸੌਖ ਵੇਲੇ ਇਹ ਮੇਰੇ ਸਿੰਘ ਭਾਈਵਾਲ
ਨਾ ਮੈਦਾਨ ਵਿੱਚ ਅੱਜ ਪਏ ਕਿਹੜੇ ਹਾਲ ਨੇ। ਇਹਨਾਂ ਲਾਲਾਂ ਤੋਂ ਪਿਆਰੇ ਵੀ ਮਾਪਿਆਂ ਦੇ ਲਾਲ ਨੇ, ਉਹ ਬਿਨਾ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ। ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂ ਉਹ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਉਹ ਚੁੱਕਦਾ। ਦਇਆ ਸਿੰਘ ਮੋਹ ਵਾਲੇ ਸਭ ਤਿਣਕੇ ਤਰੋੜ ਦੇ, ਛੋੜ ਦੇ ਜੁਝਾਰ ਦਾ ਖਿਆਲ ਇਥੇ ਛੋੜ ਦੇ। ਪੰਥ ਦੇ ਸ਼ਹੀਦ ਨਹੀਂ ਉਹ ਕਫਨਾਂ ਨੂੰ ਲੋੜ ਦੇ, ਤੂੰ ਇਹਦਾ ਹੀ ਦਮਾਲਾ ਇਹਦੇ ਮੂੰਹ ਤੇ ਮੋੜ ਦੇ। ਦਇਆ ਸਿੰਘਾ ਕਿਉਂ ਦੇਈ ਜਾਣੈ ਤੂੰ ਮੋਹ ਦੀਆਂ ਥੰਮੀਆਂ, ਚੱਲ ਸਿੱਖੀ ਦੀਆਂ ਵਾਟਾਂ ਹਾਲੇ ਹੋਰ ਵੀ ਨੇ ਲੰਮੀਆਂ। ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਇਹਨਾਂ ਮਿਹਣਿਆਂ ਤੋਂ ਮੈਨੂੰ ਮਾਣ ਮਿਲਦਾ ਕਿ ਸਰਬੰਸ ਲੁਟਾ ਕੇ ਆ ਗਿਆ ਹਾਂ। ਇਹ ਵੀ ਕਹਿਣ ਲੋਕੀ ਮੈਂ ਤਾਂ ਵੀ ਜਰ ਲਵਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ। ਮੈਨੂੰ ਰੱਬਾ ਪਰਵਾਹ ਨਹੀਂ ਜੱਗ ਸਾਰਾ, ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ। ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ, ਮੰਜ਼ਲ ਇਉਂ ਮੁਕਾਮ ਦਾ ਵੇਖਿਆ ਨਾ। ਹੰਸਾਂ ਜਿਹੇ ਪਿਆਸਿਆਂ ਪੁੱਤਰਾਂ ਨੂੰ ਮੂੰਹ ਮੌਤ ਦੇ ਪਾਵਦਾ ਵੇਖਿਆ ਨਾ। ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ, ਹੀਰੇ ਲਾਲ ਲੁਟਾਵਦਾ ਵੇਖਿਆ ਨਾ। ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਵਦਾ ਵੇਖਿਆ ਨਾ, ਵੇਖਿਆ ਨਾ, ਵੇਖਿਆ ਨਾ। बस एक हिंद में तीर्थ है यात्रा के लिए, कटाए बाप ने बच्चे जहां खुदा के लिए। चमक है मेहर की चमकौर तेरे जरों में, यहीं से बन के सितारे गए आसमां के लिए, यहीं से बन के सितारे गए आसमां के लिए। ਕਵਿਸ਼ਰੀ ਗਾਉਂਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ। ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਮਾਫੀ ਦੇਣ ਦੀ ਕਿਰਪਾਲਤਾ ਬਖਸ਼ਣੀ ਜੀ। ਆਓ ਅੰਤ ਦੇ ਵਿੱਚ ਆ ਕੇ ਫਤਿਹ ਗਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 2 ਘੰਟੇ ਤੋਂ ਅਸੀਂ ਸਿੱਖ ਇਤਿਹਾਸ ਦੇ ਪੰਨਿਆਂ ਦੇ ਉੱਤੇ ਝਾਤ ਮਾਰੀ, ਸੁਣਿਆ, ਅਤੇ ਮੈਂ ਸਿਰਫ 2 ਕੁ ਲਾਈਨਾਂ ਜਿਹੜੀਆਂ ਮਨ ਦੇ ਵਲਵਲੇ, ਪਿੱਛੇ ਇੱਕ ਫਿਲਮ ਕੀਤੀ ਸੀ ਮੈਂ ਜੇਲਾਂ ਵਾਲੇ, ਅਤੇ ਉਹਦੇ ਵਿੱਚ ਇਤਿਹਾਸ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਵੀ ਮੈਂ ਲਿਖਦਾ ਨਹੀਂ ਵੈਸੇ, ਪਰ ਲਿਖਿਆ ਜਾਂਦਾ ਮਹਾਰਾਜ ਜਦੋਂ ਕਈ ਵਾਰ ਲਿਖਵਾ ਲੈਂਦੇ ਆ। ਸੋ ਉਹ 2 ਲਾਈਨਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ।
ਕਿਉਂਕਿ ਅੱਜ ਵੀ ਜਿਹੜਾ ਸੰਘਰਸ਼ ਚੱਲ ਰਿਹਾ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਵਾਸਤੇ, ਉਹਨਾਂ ਦੀ ਰਿਹਾਈ ਦੇ ਵਾਸਤੇ, ਅਤੇ ਇਹ ਜਿਹੜੀਆਂ ਸਾਡੇ ਨਾਲ ਨਾਇਨਸਾਫੀਆਂ ਦਾ ਜਿਹੜਾ ਕਿੱਸਾ ਬੜਾ ਲੰਬਾ ਆ। ਸੋ ਉਸੇ ਵਾਸਤੇ ਉਹਨੂੰ, ਉਸ ਸਾਰੇ ਇਤਿਹਾਸ ਨੂੰ 2 ਸਤਰਾਂ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ ਹੈ। ਪਿਆਰ ਦੇ ਨਾਲ ਸ਼ਰਵਣ ਕਰਨਾ ਜੀ। ਕਿ ਫਾਂਸੀਆਂ ਤੇ ਚੜ੍ਹਨ ਲਈ ਅਸੀਂ ਹੀ ਬਚੇ ਹਾਂ, ਕਿ ਜੇਲ੍ਹਾਂ ਵਿੱਚ ਸੜਨ ਲਈ ਅਸੀਂ ਹੀ ਬਚੇ ਹਾਂ, ਕਿ ਫਾਂਸੀਆਂ ਤੇ ਚੜ੍ਹਨ ਲਈ ਅਸੀਂ ਹੀ ਬਚੇ ਹਾਂ, ਕਿ ਜੇਲ੍ਹਾਂ ਵਿੱਚ ਸੜਨ ਲਈ ਅਸੀਂ ਹੀ ਬਚੇ ਹਾਂ। ਆਟੇ ਵਿੱਚ ਲੂਣ ਦੇ ਬਰਾਬਰ ਹਾਂ ਗਿਣਤੀ 'ਚ, ਆਟੇ ਜਿੰਨੀਆਂ ਨੇ ਕੁਰਬਾਨੀਆਂ ਆ ਸਾਡੀਆਂ। ਆਟੇ ਵਿੱਚ ਲੂਣ ਦੇ ਬਰਾਬਰ ਹਾਂ ਗਿਣਤੀ 'ਚ, ਆਟੇ ਜਿੰਨੀਆਂ ਨੇ ਕੁਰਬਾਨੀਆਂ ਆ ਸਾਡੀਆਂ। ਹੱਸ ਹੱਸ ਫਾਂਸੀਆਂ ਦੇ ਰੱਸਿਆਂ ਨੂੰ ਚੁੰਮ ਲੈਣਾ, ਭਗਤ ਸਿੰਘ ਵਾਲੀਆਂ ਨਿਸ਼ਾਨੀਆਂ ਨੇ ਸਾਡੀਆਂ। ਹੱਸ ਹੱਸ ਫਾਂਸੀਆਂ ਦੇ ਰੱਸਿਆਂ ਨੂੰ ਚੁੰਮ ਲੈਣਾ, ਭਗਤ ਸਿੰਘ ਵਾਲੀਆਂ ਨਿਸ਼ਾਨੀਆਂ ਨੇ ਸਾਡੀਆਂ। ਲੈ ਦਿੱਤੀ ਆਜ਼ਾਦੀ ਖੁਦ ਰਹਿ ਗਏ ਗੁਲਾਮ, ਲੈ ਦਿੱਤੀ ਆਜ਼ਾਦੀ ਖੁਦ ਰਹਿ ਗਏ ਗੁਲਾਮ। ਤਾਂ ਵੀ ਹੱਥ ਜੋੜ ਖੜਨ ਲਈ ਅਸੀਂ ਹੀ ਬਚੇ ਹਾਂ, ਕਿ ਫਾਂਸੀਆਂ ਤੇ ਚੜ੍ਹਨ ਲਈ ਅਸੀਂ ਹੀ ਬਚੇ ਹਾਂ, ਕਿ ਜੇਲ੍ਹਾਂ ਵਿੱਚ ਸੜਨ ਲਈ ਅਸੀਂ ਹੀ ਬਚੇ ਹਾਂ। ਕਦੇ ਚੰਦੂ ਚੰਦ ਚਾੜੇ, ਕਦੇ ਗੰਗੂ ਦੇ ਪਵਾੜੇ, ਕਦੇ ਸੁੱਚੇ ਨੰਦ ਦੀਆਂ ਮਿਹਰਬਾਨੀਆਂ। ਕਦੇ ਚੰਦੂ ਚੰਦ ਚਾੜੇ, ਕਦੇ ਗੰਗੂ ਦੇ ਪਵਾੜੇ, ਕਦੇ ਸੁੱਚੇ ਨੰਦ ਦੀਆਂ ਮਿਹਰਬਾਨੀਆਂ। ਕਦੇ ਲਖਪਤ ਰਾਏ, ਕਦੇ ਗਾਂਧੀ, ਕਦੇ ਨਹਿਰੂ, ਹੋਈਆਂ ਸਾਡੇ ਨਾਲ ਸਦਾ ਹੀ ਸ਼ੈਤਾਨੀਆਂ। ਕਦੇ ਲਖਪਤ ਰਾਏ, ਕਦੇ ਗਾਂਧੀ, ਕਦੇ ਨਹਿਰੂ, ਹੋਈਆਂ ਸਾਡੇ ਨਾਲ ਸਦਾ ਹੀ ਸ਼ੈਤਾਨੀਆਂ। ਬੇਵਫਾਈਆਂ ਵਾਲਾ ਬੜਾ ਲੰਮਾ ਇਤਿਹਾਸ, ਬੇਵਫਾਈਆਂ ਵਾਲਾ ਬੜਾ ਲੰਮਾ ਇਤਿਹਾਸ। ਤਾਂ ਵੀ ਹਿੱਕਾਂ ਤਾਣ ਮਰਨ ਲਈ ਅਸੀਂ ਹੀ ਬਚੇ ਹਾਂ, ਕਿ ਫਾਂਸੀਆਂ ਤੇ ਚੜ੍ਹਨ ਲਈ ਅਸੀਂ ਹੀ ਬਚੇ ਹਾਂ, ਕਿ ਜੇਲ੍ਹਾਂ ਵਿੱਚ ਸੜਨ ਲਈ ਅਸੀਂ ਹੀ ਬਚੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਭਾਈ ਸਿਮਰਨ ਸਿੰਘ ਜੀ। ਜਿਵੇਂ ਕਿ ਪਹਿਲਾਂ ਦੱਸਿਆ ਬੁਲਾਰੇ ਕਾਫੀ ਨੇ ਅਤੇ ਸਮਾਂ ਘੱਟ ਹੈ। ਹਾਂਜੀ, ਸਰਜੀਤ ਸਿੰਘ ਸਿੱਧੂ ਹੁਣਾਂ ਤੋਂ ਵੀ ਅਸੀਂ ਮਾਫੀ ਮੰਗਦੇ ਹਾਂ, ਉਹ ਵੀ ਕਾਫੀ ਦੇਰ ਦੇ ਪਹੁੰਚੇ ਹੋਏ ਆ, ਬਹੁਤਿਆਂ ਨੂੰ ਅਸੀਂ ਟਾਈਮ ਨਹੀਂ ਦੇ ਸਕੇ। ਸੈਕਟਰੀ ਸਾਹਿਬ ਪ੍ਰਿਤਪਾਲ ਸਿੰਘ ਜੀ ਟਵਾਣਾ ਸਵੇਰ ਦੇ ਬਾਕੀਆਂ ਨੂੰ ਟਾਈਮ ਦੇ ਰਹੇ, ਇਹਨਾਂ ਨੂੰ ਵੀ ਕਿਸੇ ਨੇ ਟਾਈਮ ਨਹੀਂ ਦਿੱਤਾ। ਤੁਸੀਂ ਵੀ ਸੁਣਾ ਲਓ ਟਵਾਣਾ ਸਾਹਿਬ। ਇਹ ਕਵਿਤਾ ਗੁਰਮੁਖ ਸਿੰਘ ਮੁਸਾਫਰ ਦੀ ਲਿਖੀ ਹੈ ਜੀ। ਮੈਂ ਤਾਂ ਸੋਚਦਾ ਸਾਂ ਬਾਜਾਂ ਵਾਲੜੇ ਲਈ, ਛੋਟੀ ਜਿਹੀ ਇਸ ਕਲਮ ਤੋਂ ਕੀ ਲਿਖਾਂ। ਮੈਂ ਤਾਂ ਸੋਚਦਾ ਸਾਂ ਬਾਜਾਂ ਵਾਲੜੇ ਲਈ, ਛੋਟੀ ਜਿਹੀ ਇਸ ਕਲਮ ਤੋਂ ਕੀ ਲਿਖਾਂ। ਉਹਦੇ ਕੰਮ ਵੱਡੇ ਮੇਰੀ ਸਮਝ ਛੋਟੀ,
ਕੀ ਛੋੜ ਦੇਵਾਂ ਅਤੇ ਕੀ ਲਿਖਾਂ। ਖਾਲੀ ਕਹੀ ਜਾਵਾਂ ਜਾ ਕੇ ਲਿਖਾਂ ਤਾਂ ਫੇਰ ਮੈਂ ਕੀ ਲਿਖਾਂ। ਪੀਰਾਂ ਪੀਰ ਲਿਖਾਂ, ਗੁਰੂਆਂ ਗੁਰੂ ਲਿਖਾਂ, ਵਲੀਆਂ ਵਲੀ ਲਿਖਾਂ, ਦੱਸੋ ਕੀ ਲਿਖਾਂ। ਉਹ ਤਾਂ ਦੀਨ ਤੇ ਦੁਨੀਆ ਦਾ ਹੈ ਮਾਲਕ, ਕਿਸੇ ਆਖਿਆ ਵੱਡਾ ਅਮੀਰ ਲਿਖ ਲਓ। ਰੱਖਿਆ ਉਸਨੇ ਆਪਣੇ ਪਾਸ ਕੁਝ ਨਹੀਂ, ਇਸ ਵਾਸਤੇ ਉਹਨੂੰ ਫਕੀਰ ਲਿਖ ਲਓ। ਜ਼ਾਲਮ ਅਤੇ ਜ਼ੁਲਮ ਦੀ ਜੰਗ ਛਿੜ ਪਈ, ਉੱਠਿਆ ਸੂਰਮਾ ਇੱਕ ਦਰਮਿਆਨ ਵਿੱਚੋਂ। ਦੁਖੀ ਅਤੇ ਦੋਖੀ ਨਾ ਕੋਈ ਰਹਿਣ ਪਾਵੇ, ਆਏ ਸਦ ਏ ਉਹਦੀ ਜਵਾਨ ਵਿੱਚੋਂ। ਜਾਵੇ ਜਾਨ ਜੇ ਕੌਮ ਦੀ ਜਾਨ ਰਹਿੰਦੀ, ਲੈਣਾ ਲਾ ਕੀ ਹੋਰ ਜਹਾਨ ਵਿੱਚੋਂ। ਤੇਗ ਪਿਤਾ ਦੇ ਸਮੇਂ ਦੀ ਸ਼ਾਂਤ ਪਈ ਸੀ, ਸਮਾਂ ਬਦਲਿਆ ਕੱਢੀ ਮਿਆਨ ਵਿੱਚੋਂ। ਕੀਤਾ ਸਾਫ ਮੈਦਾਨ ਤਲਵਾਰ ਫੜ ਕੇ, ਇਸ ਲਈ ਤਾਂ ਅਤੀ ਬਲਬੀਰ ਲਿਖੋ। ਕਦੇ ਆਪ ਲੜਾਈ ਨੂੰ ਛੇੜਿਆ ਨਹੀਂ, ਰਾਖਾ ਅਮਨ ਦਾ ਪੀਰ ਗੰਭੀਰ ਲਿਖੋ। ਕਦੇ ਆਪ ਲੜਾਈ ਨੂੰ ਛੇੜਿਆ ਨਹੀਂ, ਰਾਖਾ ਅਮਨ ਦਾ ਪੀਰ ਗੰਭੀਰ ਲਿਖੋ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿੰਨੇ ਵੀ ਕਵੀਆਂ ਨੇ ਹਾਜ਼ਰੀ ਲਗਵਾਈ ਹੈ, ਬੱਚਿਆਂ ਨੇ ਹਾਜ਼ਰੀ ਲਗਵਾਈ ਹੈ, ਅਤੇ ਗ੍ਰੰਥੀ ਸਿੰਘਾਂ ਦਾ ਜਿਨ੍ਹਾਂ ਨੇ ਸਾਜ਼ਾਂ ਦੇ ਨਾਲ ਸਾਥ ਦਿੱਤਾ, ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਇੰਨਾ ਸਤਿਕਾਰ ਬਖਸ਼ਿਆ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਸਾਰੇ ਪ੍ਰੋਗਰਾਮ ਨੂੰ ਸਰਵਣ ਕੀਤਾ। ਉਹਨਾਂ ਸਾਰਿਆਂ ਦਾ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪੰਜਾਬੀ ਲਿਖਾਰੀ ਸਭਾ ਸਿਆਟਲ ਜੋ ਕਿ ਪਿਛਲੇ 10 ਸਾਲ ਤੋਂ ਤਾਂ ਅਸੀਂ ਇੱਥੇ ਹਰ ਸਾਲ ਪੋਹ ਦੇ ਮਹੀਨੇ ਵਿੱਚ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਸਮਾਗਮ ਕਰਦੇ ਹਾਂ। ਇਸ ਤੋਂ ਬਿਨਾਂ ਪਿਛਲੇ ਕਈ ਸਾਲਾਂ ਤੋਂ ਸਿਆਟਲ ਏਰੀਏ ਦੇ ਵਿੱਚ ਅਸੀਂ ਪੰਜਾਬੀ ਮਾਂ ਬੋਲੀ, ਪੰਜਾਬੀ ਸਾਹਿਤ, ਸੱਭਿਆਚਾਰ, ਉਹਦੇ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਸਰਗਰਮੀਆਂ ਅਸੀਂ ਕਰਦੇ ਹਾਂ। ਹਰ ਮਹੀਨੇ ਸਾਡੀ ਬੈਠਕ ਹੁੰਦੀ ਹੈ ਜਿਸ ਦੇ ਵਿੱਚ ਕਿ ਨਵੀਆਂ ਆਈਆਂ ਕਲਮਾਂ ਨੂੰ ਜਾਂ ਕੋਈ ਵੀ ਉਹ ਵਿਅਕਤੀ ਜਿਹੜਾ ਕਿਸੇ ਵੀ ਤਰੀਕੇ ਨਾਲ ਪੰਜਾਬੀ ਮਾਂ ਬੋਲੀ, ਪੰਜਾਬੀ ਸਾਹਿਤ, ਸੱਭਿਆਚਾਰ ਜਾਂ ਸੰਗੀਤ ਦੇ ਨਾਲ ਜੁੜਿਆ ਹੋਇਆ, ਉਹਨਾਂ ਨੂੰ ਅਸੀਂ ਇੱਕ ਮੰਚ ਪ੍ਰਦਾਨ ਕਰਦੇ ਹਾਂ ਜਿੱਥੇ ਕਿ ਉਹ ਆਪਣੀ ਗੱਲ ਕਹਿ ਸਕਣ। ਤੋ ਅਸੀਂ ਸਾਰਿਆਂ ਨੂੰ ਤੁਹਾਨੂੰ ਇਹ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਜਿਹੜਾ ਵੀ ਕੋਈ ਵੀ ਵਿਅਕਤੀ ਸਾਡੇ ਨਾਲ ਇਸ ਵਿਸ਼ੇ ਦੇ ਬਾਰੇ ਸਹਿਯੋਗ ਕਰਨਾ ਚਾਹੁੰਦਾ ਹੈ ਜਾਂ ਆਪਣਾ ਜਿਹੜਾ ਫਰਜ਼ ਹੈ ਜੋ ਵੀ ਉਸਦਾ ਪੰਜਾਬੀ ਮਾਂ ਬੋਲੀ ਨੂੰ ਅੱਗੇ ਵਧਾਉਣ ਦਾ, ਉਹਦੇ ਬਾਰੇ ਕੋਈ ਵੀ ਕਿਸੇ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਹੈ, ਅਸੀਂ ਹਾਜ਼ਰ ਹਾਂ। ਗੁਰੂ ਚਰਨਾਂ ਵਿੱਚ ਉਪਸਥਿਤ ਸਾਧ ਸੰਗਤ ਜੀ, ਮੈਂ ਕੁਝ ਜੋ ਮਹਿਸੂਸ ਕਰਦਾ ਹੈ ਉਹਨੂੰ ਕਵਿਤਾ 'ਚ ਤਾਂ ਨਹੀਂ ਕਹਿ ਸਕਦਾ, ਪਰ ਭਾਵਨਾਵਾਂ ਦਾ ਵਲਵਾ ਬਹੁਤ ਹੈ। ਜਦੋਂ ਵੀ ਕਦੇ ਆਪਣੇ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਸਿੰਘਾਂ ਦੀਆਂ ਸ਼ਹੀਦੀਆਂ ਨੂੰ ਥੋੜ੍ਹਾ ਜਿਹਾ ਵੀ ਸੋਚਦੇ ਹਾਂ ਤਾਂ ਸੱਚ ਮੰਨਿਓ ਬਾਕੀ ਜ਼ਿੰਦਗੀ ਸਾਰੀ ਬੇਕਾਰ ਲੱਗਦੀ ਹੈ। ਕਈ ਵਾਰ ਤਾਂ ਘਰ ਦੇ ਵਿੱਚ ਵੀ ਬਹੁਤ ਵੱਡਾ ਮਸਲਾ ਖੜਾ ਹੋ ਜਾਂਦਾ ਹੈ ਵੀ ਤੁਸੀਂ ਇਹੀ ਕੁਝ ਕਰਨਾ ਤਾਂ ਗੁਰੂ ਘਰ ਹੀ ਚਲੇ ਜਾਓ। ਸਵੇਰ ਦਾ ਰੋਣਾ ਨਹੀਂ ਹਟ ਰਿਹਾ ਸੀਗਾ। ਜਦੋਂ ਕਦੇ ਕੋਈ ਵੀ ਅਸੀਂ ਕਵਿਤਾ ਅੱਛੀ
ਜਿਹੜੀ ਰਿਲੇਟ ਕਰਦੀ ਹੈ ਸਾਡੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨਾਲ। ਜਦੋਂ ਇਹਨੂੰ ਦੇਖ ਲੈਂਦੇ ਹਾਂ, ਸੁਣ ਲੈਂਦੇ ਹਾਂ, ਮਹਿਸੂਸ ਕਰ ਲੈਂਦੇ ਹਾਂ, ਜਿੱਦਾਂ ਬਲਵੰਤ ਸਿੰਘ ਜੀ ਨੇ ਕਿਹਾ, ਇੱਕ ਇੱਕ ਲਫ਼ਜ਼ ਦਿਲ ਨੂੰ ਚੀਰਦਾ ਚਲਾ ਜਾਂਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ, ਸਾਡੀ ਜ਼ਿੰਦਗੀ ਕਿੱਦਾਂ ਦੀ ਹੈ। ਜਿੱਦਾਂ ਡਾਕਟਰ ਜਸਵੀਰ ਕੌਰ ਜੀ ਨੇ ਵੀ ਸ਼ੇਅਰ ਕੀਤਾ, ਇਹ ਭਾਵਨਾਵਾਂ ਦਾ ਐਕਸਪ੍ਰੈਸ਼ਨ ਹੈ। ਇਹਦੇ ਵਾਸਤੇ ਜਦੋਂ ਵੀ ਸਾਨੂੰ ਮੌਕਾ ਮਿਲਦਾ ਹੈ, ਅਸੀਂ ਉਸ ਮੌਕੇ 'ਤੇ ਖੜ੍ਹੇ ਹੋ ਕੇ ਆਪਣੀਆਂ ਭਾਵਨਾਵਾਂ ਨੂੰ ਐਕਸਪ੍ਰੈਸ ਕਰੀਏ। ਗੁਰੂ ਸਾਹਿਬਾਨ ਨੇ ਜੋ ਸਾਨੂੰ ਜ਼ਿੰਦਗੀ ਦਿੱਤੀ ਹੈ, ਜੋ ਸਾਨੂੰ ਇੱਕ ਸੋਚ, ਇੱਕ ਫਲਸਫਾ, ਇੱਕ ਜੀਣ ਦਾ ਤਰੀਕਾ ਦਿੱਤਾ ਹੈ, ਅਗਰ ਇਹਨੂੰ ਅਸੀਂ ਮਹਿਸੂਸ ਕਰਕੇ ਅਪਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਮੈਂ 100% ਮਹਿਸੂਸ ਕਰਦਾ ਰਿਗਰੈਟ ਕਰਨ ਵਾਸਤੇ ਸਾਨੂੰ ਸਮਾਂ ਹੀ ਨਹੀਂ ਰਹੇਗਾ, ਪਛਤਾਵੇ ਵਾਸਤੇ ਬਿਲਕੁਲ ਸਮਾਂ ਨਹੀਂ ਰਹੇਗਾ, ਪ੍ਰੋਵਾਈਡਿਡ ਸਾਡਾ ਇੱਕ ਇੱਕ ਸਿੱਖ ਉਹਨਾਂ ਗੁਰੂ ਸਾਹਿਬਾਨ ਦੀ ਜ਼ਿੰਦਗੀ ਤੋਂ ਮੁਤਾਸਿਰ ਹੋ ਕੇ ਉਹਨਾਂ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰੇ। ਜੋ ਸਾਡੇ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦਾਂ ਦੇ ਰੂਪ ਵਿੱਚ ਸਾਨੂੰ ਇੱਕ ਗਾਈਡੈਂਸ ਦਿੱਤੀ ਹੈ, ਸਾਡੇ ਵਾਸਤੇ ਬਹੁਤ ਹੀ ਅਣਮੁੱਲੀ ਅਤੇ ਜੀਵਨ 'ਚ ਧਾਰਨਯੋਗ ਹੈ। ਸਾਨੂੰ ਫਾਇਦਾ ਤਾਂ ਹੋਣਾ ਜਦੋਂ ਅਸੀਂ ਜੀਵਨ 'ਚ ਧਾਰਾਂਗੇ। ਤਾਂ ਮੇਰੀ ਬਸ ਇਹੀ ਬੇਨਤੀ ਹੈ, ਮੈਂ ਤਾਂ ਇਸ ਬਹੁਤ ਹੀ ਹਲੇ ਸ਼ੁਰੂਆਤ ਵੀ ਨਹੀਂ ਹੋਈ ਇਸ ਜ਼ਿੰਦਗੀ ਦੀ, ਪਰ ਮੈਂ ਇਹ ਮਹਿਸੂਸ ਕਰਦਾ ਵੀ ਸਾਡਾ ਇੱਕ ਇੱਕ ਪਲ, ਸਾਡਾ ਇੱਕ ਇੱਕ ਸਿੰਘ, ਸਾਡਾ ਇੱਕ ਇੱਕ ਉਹ ਇਨਸਾਨ ਜਿਹੜਾ ਇਸ ਨੂੰ ਫੋਲੋ ਕਰਦਾ ਜਾਂ ਕਰਨ ਦੀ ਕੋਸ਼ਿਸ਼ ਕਰਦਾ, ਬਹੁਤ ਕੀਮਤੀ ਹੈ। ਅਤੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹਦਾ ਮੈਨੂੰ ਸਮਾਂ ਦਿੱਤਾ ਗਿਆ। ਅਤੇ ਮੈਂ ਧੰਨਵਾਦ ਕਰਦਾ ਆਪਣੇ ਪ੍ਰਧਾਨ ਜੀ ਦਾ ਅਤੇ ਸਾਰੀ ਸੰਗਤ ਦਾ, ਜਿਨ੍ਹਾਂ ਨੇ ਇੱਥੇ ਬੈਠ ਕੇ ਇਹਨੂੰ ਬੜੇ ਵਧੀਆ ਤਰੀਕੇ ਨਾਲ ਅੱਗੇ ਪਹੁੰਚਾਇਆ ਅਤੇ ਮੈਨੂੰ ਬਹੁਤ ਫਾਇਦਾ ਹੋਇਆ। ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਪਰਿਵਰਤਨ ਇਹ ਕੁਛ ਚੰਦ ਮਿੰਟਾਂ ਦੇ ਨਾਲ ਹੀ ਮਿਲਿਆ, ਮੈਨੂੰ ਮਹਿਸੂਸ ਹੋਇਆ।